सतनाम श्री वाहिगुरु साहिब जी। देखत तीर पाल निकसाए, जो कंचन ते लिपत सुहाए। सो निज निकट संभारन करे, हेत परख बे किन पर हरे। वाहिगुरु जी का खालसा, वाहिगुरु जी की फतेह। जुगो जुग अटल शब्द गुरु श्री गुरु ग्रंथ साहिब जी महाराज जी की पवित्र हजूरी च जुड़ बैठी गुरु की साजी और नवाजी हुई सतगुरां दे परम प्यार च परोती हुई गुरु रंग च रंगी हुई गुरु खालसा साध संगत। जिनके भाग बड़े हैं भाई, तिन साधु संग मुख जुरे। निता प्रति गुरु चरना च हाजरियां भर के, पंथ दे वाली चिट्टियां बाजां वाले शमशेरे बहादुर दे गुर तेग के धनी सतगुरु करतार की सुगंध है, नानक की कसम है। जितनी भी हो तारीफ गोविंद की वो कम है। जगत गुरु श्री गुरु गोबिंद सिंह साहब सतगुरां दी अमृतमयी इतिहास दी कथा सरवण करके आप जी अपना समा गुरु लेखे ला के सफला करते हो। घर बैठिया भी समा लंघ ही जाना है, श्वास बीती जाने ने। ਉਹਦੇ ਵਿੱਚੋਂ ਇਹ बीतण वाला समा गुरु की याद ਵਿੱਚ बीते, कलगीधर ਦੀ सिफत ਵਿੱਚ बीते, ਤਾਂ ऐसा समा प्रमाणिकता ਦੀ मोहर ਦਾ पात्र बन जाता है। ਇਹ समा सफल हो जाता है। ਇਹ ठहरन जाच ना जानदा, लंघ गया ना मुड़ के आमदा, कर सफल उड़ंदा जामदा। ये समा ठहरन दी जाच नहीं जानदा। भाई साहब कहंदे है भी इनू सफल करिए, उड़दा चलिया जांदा है समा। जे चला गया ते मुड़ के वो चला गया समा वापस नहीं आउंदा। जदों चलदी नदी विच पानी दे विच पैर रखीए ना, पैर रखदियां जिहड़ा पानी तुहाडे पैर नूं छू के अगे चला गया, वो पानी मुड़ के पिछों नहीं आउणा। इसे तरह जिंदगी दा समा है। कलगीधर जी ने चंबल नदी दे कंढे ते हो रहे जंग विच बहादुर शाह की सहायता की है। तारा आजम नूं आके सतगुरु जी ने मारिया। 2 तीर इकट्ठे चिले ते चाड़ के महाराज जी ने चलाए। तारे आजम दे मत्थे नूं चीर के तीर पार चले गए। तारा आजम धड़म दे के जमीन ते डिगा। उहदे नाल दे कई एहलकार अफसर वो भी शहीदां दे तीरां नाल जाके जमीन ते गर्क हो गए। तारा आजम दे मरण दी देरी सी, उसे वक्त सारियां फौजां बहादुर शाह दी शरण आ गईयां। जंग दे मैदान विच बहादुर शाह दी जित दे नगारे वजे, निशान झूले। बहादुर शाह निरंकार दा, खुदा दा, परमेश्वर दा शुकराना करदा है, क्योंकि जिस वल सतगुरु खड़े होण उस पासे जित है।
ਭਾਵੇਂ ਕਿ ਤਾਰਾ ਆਜ਼ਮ ਨਾਲ 22 ਲੱਖ ਫੌਜ ਸੀ, 50,000 ਜਮੂਰ ਸੀ, 10,000 ਤੋਪਾਂ ਸੀ, ਤੇ ਬਹਾਦਰ ਸ਼ਾਹ ਦੇ ਕੋਲ ਕੇਵਲ ਕੁਝ ਕੁ ਚੁਣਿੰਦਾ ਕਸੂਰਮੇ ਸਨ। ਪਰ ਕਲਗੀਧਰ ਜੀ ਬਹਾਦਰ ਸ਼ਾਹ ਵੱਲ ਖੜੇ ਨੇ, ਇਸ ਕਰਕੇ ਬਹਾਦਰ ਸ਼ਾਹ ਦੀ ਜਿੱਤ ਹੋਈ। ਕਿਉਂਕਿ ਮਹਾਰਾਜ ਨਿਮਾਣਿਆਂ ਤੇ ਗਰੀਬਾਂ ਦੀ ਬਾਹ ਫੜਦੇ ਆ। ਬਹਾਦਰ ਸ਼ਾਹ ਜਿੱਤਿਆ ਤੇ ਜਿਸ ਪ੍ਰਕਾਰ ਨਾਲ ਫੌਜ ਦੇ ਟਿਕਾਣੇ ਕੀਤੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ 'ਚ ਆਪਣੀ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖਤ ਤੀਰ ਪਾਲ ਨਿਕਸਾਏ। ਤਾਰੇ ਆਜ਼ਮ ਦੇ ਮੱਥੇ ਵਿੱਚ ਵੱਜੇ ਹੋਏ ਤੀਰ ਵੇਖ ਕੇ ਬਹਾਦਰ ਸ਼ਾਹ ਨੇ ਉਹ ਤੀਰ ਬਾਹਰ ਪਾਏ ਹਨ। ਜੋ ਕੰਚਨ ਤੇ ਲਿਪਤ ਸੁਹਾਏ। ਇਹਨਾਂ ਤੀਰਾਂ ਦੀ ਇਹ ਖਾਸੀਅਤ ਸੀ ਕਿ ਇਹਨਾਂ ਤੀਰਾਂ ਦੇ ਨਾਲ ਤਕਰੀਬਨ 1.25 ਤੋਲਾ ਸੋਨਾ ਲੱਗਾ ਹੋਇਆ। ਸੋਨੇ ਦੇ ਨਾਲ ਇਹ ਤੀਰ ਲਿਪਾਏ ਮਾਨ ਹਨ। ਸੋ ਨਿਜ ਨਿਕਟ ਸੰਭਾਰਨ ਕਰੇ। ਬਹਾਦਰ ਸ਼ਾਹ ਨੇ ਉਹ ਤੀਰ ਆਪਣੇ ਕੋਲ ਸਾਂਭ ਲਏ ਨੇ। ਤਾਰਾ ਆਜ਼ਮ ਦੇ ਮੱਥੇ ਚੋਂ ਤੀਰ ਕਢਾ ਕੇ ਵੇਖਿਆ ਕਿ ਤੀਰਾਂ ਨੂੰ ਸੋਨਾ ਲੱਗਾ ਹੋਇਆ, ਔਰ ਉਹ ਤੀਰ ਬਹਾਦਰ ਸ਼ਾਹ ਨੇ ਆਪਣੇ ਕੋਲ ਸਾਂਭ ਕੇ ਰੱਖ ਲਏ ਨੇ। ਹੇਤ ਪਰਖ ਬੇਕਿਨ ਪਰ ਹਰੇ। ਕਿਉਂ ਰੱਖੇ ਨੇ ਸਾਂਭ ਕੇ? ਬਹਾਦਰ ਸ਼ਾਹ ਪਰਖਣਾ ਚਾਹੁੰਦਾ ਵੀ ਇਹ ਤੀਰ ਕਿਹਦੀ ਕਮਾਨ ਚੋਂ ਨਿਕਲੇ ਨੇ, ਕਿਹਨੇ ਚਲਾਏ ਨੇ। ਕਿਉਂਕਿ ਸਤਿਗੁਰੂ ਕਲਗੀਧਰ ਜੀ ਆਏ ਨੇ, ਮਹਾਰਾਜ ਜੀ ਨੇ ਦਰਸ਼ਨ ਵੀ ਦਿੱਤੇ ਬਹਾਦਰ ਸ਼ਾਹ ਨੂੰ। ਮਾਰ ਕੇ ਤਾਰਾ ਆਜ਼ਮ ਨੂੰ ਫਿਰ ਇੱਕਦਮ ਅਲੋਪ ਹੋ ਗਏ ਨੇ। ਤੋ ਜਿਹੜੇ ਬੜੇ ਅਹਿਲਕਾਰ ਜਿਨ੍ਹਾਂ ਨੂੰ ਸਤਿਗੁਰੂ ਨਜ਼ਰ ਹੀ ਨਹੀਂ ਆਏ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਤੀਰ ਮਾਰੇ ਕਿਹਨੇ, ਉਹ ਟਾਰਾਂ ਮਾਰ ਰਹੇ ਸਨ ਵੀ ਤੀਰ ਸਾਡਿਆਂ ਨਾਲ ਮਰਿਆ ਤਾਰਾ ਆਜ਼ਮ, ਦੂਜਾ ਕਹੇ ਮੇਰੇ ਤੀਰਾਂ ਨਾਲ ਮਰਿਆ। ਤੋ ਬਹਾਦਰ ਸ਼ਾਹ ਨੇ ਪਰਖਣ ਵਾਸਤੇ ਵੀ ਇਹ ਤੀਰ ਕਿਹਦੀ ਕਮਾਨ ਚੋਂ ਕਿਹਦੇ ਪੱਥੇ ਚੋਂ ਨਿਕਲੇ ਨੇ, ਇਹਨੇ ਉਹ ਤੀਰ ਆਪਣੇ ਕੋਲ ਸਾਂਭ ਕੇ ਰੱਖ ਲਏ। ਦੇਹ ਦਫਨਾਏ ਹਰਖ ਕਉ ਮਾਨਾ। ਔਰ ਤਾਰਾ ਆਜ਼ਮ ਦੀ ਲਾਸ਼ ਚੁੱਕ ਕੇ ਉਹਨੂੰ ਦਫਨ ਕੀਤਾ ਹੈ। ਔਰ ਬਹਾਦਰ ਸ਼ਾਹ ਬੜੀ ਖੁਸ਼ੀ ਮਨਾ ਰਿਹਾ ਹੈ ਕਿ ਮੈਨੂੰ ਹਿੰਦੁਸਤਾਨ ਦੇ ਤਖਤ ਦੀ ਬਾਦਸ਼ਾਹਤ ਮਿਲ ਗਈ ਹੈ। ਮਨਹੁ ਰੰਕ ਪਾ ਇੰਦਰ ਸਮਾਨਾ। ਮਾਨੋ ਕੋਈ ਜਨਮ ਤੋਂ ਭਿਖਾਰੀ ਸੀ, ਉਹਨੂੰ ਇੱਕਦਮ ਅਚਾਨਕ ਇੰਦਰ ਦੀ ਪਦਵੀ ਪ੍ਰਾਪਤ ਹੋ ਗਈ। ਕਿਸੇ ਜਨਮ ਤੋਂ ਭਿਖਾਰੀ ਨੂੰ ਅਚਾਨਕ ਇੰਦਰ ਦੀ ਪਦਵੀ ਮਿਲ ਜਾਏ ਤੇ ਜਿਵੇਂ ਉਹ ਖੁਸ਼ ਹੁੰਦਾ ਹੈ, ਏਦਾਂ ਬਹਾਦਰ ਸ਼ਾਹ ਖੁਸ਼ੀ ਮਨਾ ਰਿਹਾ ਹੈ। ਲਸ਼ਕਰ ਮਿਲਿਓ ਆਨ ਕਰ ਸਾਰੋ। ਜਿੰਨਾ ਲਸ਼ਕਰ ਤਾਰਾ ਆਜ਼ਮ ਦੇ ਨਾਲ ਸੀ, ਉਹ ਸਾਰੇ ਦਾ ਸਾਰਾ ਲਸ਼ਕਰ ਹੁਣ ਬਹਾਦਰ ਸ਼ਾਹ ਦੀ ਕਮਾਂਡ ਹੇਠਾਂ ਆ ਗਿਆ। ਸਾਰਿਆਂ ਨੇ ਬਹਾਦਰ ਸ਼ਾਹ ਦੀ ਅਧੀਨਗੀ ਕਬੂਲ ਕਰ ਲਈ। ਦੇ ਦੇ ਧੀਰਜ ਸਕਲ ਸੰਭਾਰੋ। ਸਾਰਿਆਂ ਨੂੰ ਧੀਰਜ ਦੇ ਦੇ ਕੇ, ਸਭ ਨੂੰ ਰੁਤਬੇ ਦੇ ਦੇ ਕੇ ਬਹਾਦਰ ਸ਼ਾਹ ਨੇ ਸਾਰੀਆਂ ਫੌਜਾਂ ਤੇ ਜਰਨੈਲਾਂ ਦੀ ਸੰਭਾਲ ਕੀਤੀ। ਪੂਰਬ ਸਮਹੀ ਮਨ ਸਭ ਪਾਏ। ਜਿਹੜਾ ਜਿਹੜਾ ਰੁਤਬਾ, ਜਿਹੜੀ ਜਿਹੜੀ ਪਦਵੀ ਕਿਸੇ ਕੋਲ ਸੀ, ਉਹਨੂੰ ਉਹੀ ਪਦਵੀ ਤੇ ਰਹਿਣ ਦਿੱਤਾ ਬਹਾਦਰ ਸ਼ਾਹ ਨੇ। ਕਿਸੇ ਦੀ ਪਦਵੀ ਬਦਲੀ ਨਹੀਂ। ਜਿਹੜੇ ਤਾਰਾ ਆਜ਼ਮ ਵੱਲੋਂ ਆਏ ਸੀ, ਜਿਹੜੇ ਜਰਨੈਲ ਸੀ ਜਾਂ ਜਿਹੜੇ ਵਜ਼ੀਰ ਸੀ, ਜਿਹੜੀ ਜਿਹੜੀ ਪਦਵੀ ਜਾਂ ਜਿਹੜਾ ਜਿਹੜਾ ਮਹਿਕਮਾ ਉਹਨਾਂ ਦੇ ਕੋਲ ਸੀ, ਇਹਨੇ ਉਹੀ ਮਹਿਕਮਾ ਉਹੀ ਪਦਵੀ ਉਹਨਾਂ ਨੂੰ ਦਿੱਤੀ ਹੈ। ਦਾਨ ਮਾਨ ਦੇ ਸਭ ਅਪਨਾਏ। ਸਾਰਿਆਂ ਨੂੰ ਦਾਨ ਮਾਨ ਦੇ ਕੇ, ਕਿਸੇ ਨੂੰ ਪੈਸੇ ਦੇ ਕੇ, ਕਿਸੇ ਨੂੰ ਖਿਲਤ ਦੇ ਕੇ ਇਹਨੇ ਅਪਣਾ ਲਿਆ, ਆਪਣੇ ਵੱਲ ਕਰ ਲਿਆ। ਤੇਰਾ ਕਰਿਓ ਜੰਗ ਕੀ ਧਰਨੀ। ਔਰ ਉਸੇ ਜੰਗ ਦੇ ਮੈਦਾਨ ਵਿੱਚ ਜਿੱਥੇ ਲੜਾਈ ਕੀਤੀ ਹੈ, ਜੇਜੋਂ ਦੇ ਮੈਦਾਨ 'ਚ, ਉੱਥੇ ਹੀ ਬਹਾਦਰ ਸ਼ਾਹ ਨੇ ਡੇਰਾ ਕੀਤਾ। ਸਿਫਤ ਖੁਦਾਏ ਅੱਲਾਹ ਕੀ ਬਰਨੀ। ਔਰ ਖੁਦਾ ਦੀ, ਅੱਲਾ ਦੀ ਸਿਫਤ ਕਰਦਾ ਹੈ, ਖੁਦਾ ਦੀ ਵਡਿਆਈ ਕਰਦਾ ਹੈ। ਆਹੇ ਸ਼ੁਕਰ ਤੇਰੀ ਦਰਗਾਹ। ਕਹਿੰਦਾ ਹੈ ਖੁਦਾ, ਤੇਰੀ ਦਰਗਾਹ ਵਿੱਚ ਮੈਂ ਤੇਰਾ ਸ਼ੁਕਰ ਕਰਦਾ ਹਾਂ।
ਤੇਰਾ ਸ਼ੁਕਰ ਕਰਦਾ ਹਾਂ। ਦੀਨ ਦੇਖ ਕੀਨਤ ਪਤਸ਼ਾਹ, ਮੈਨੂੰ ਦੀਨ ਤੇ ਗਰੀਬ ਵੇਖ ਕੇ ਪਾਤਸ਼ਾਹ ਬਣਾ ਦਿੱਤਾ ਹੈ। ਹੇ ਖੁਦਾ, ਮੈਂ ਤੇਰੀ ਦਰਗਾਹ 'ਚ ਤੇਰਾ ਸ਼ੁਕਰ ਕਰਦਾ ਕਿ ਮੈਨੂੰ ਦੀਨ ਵੇਖ ਕੇ ਤੂੰ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ। ਧਰਮ ਸਿੰਘ ਕੋ ਸਾਦਰ ਪਾਸ, ਪਿਆਰੇ ਭਾਈ ਧਰਮ ਸਿੰਘ ਜੀ ਨੂੰ ਬਹਾਦਰ ਸ਼ਾਹ ਨੇ ਬੜੇ ਅਦਬ ਔਰ ਸਤਿਕਾਰ ਨਾਲ ਆਪਣੇ ਕੋਲ ਕਰਿਓ ਬਿਠਾਵਨ ਬਾਕ ਪ੍ਰਕਾਸ਼, ਆਪਣੇ ਲਾਗੇ ਬਿਠਾ ਕੇ ਬਹਾਦਰ ਸ਼ਾਹ ਭਾਈ ਧਰਮ ਸਿੰਘ ਨੂੰ ਕਹਿਣ ਲੱਗਾ, ਧੰਨ ਗੁਰੂ ਮਮ ਮਦਦ ਨਿਭਾਹੀ। ਕਹਿਣ ਲੱਗਾ, ਧੰਨ ਨੇ ਸਤਿਗੁਰੂ, ਧੰਨ ਨੇ ਕਲਗੀਧਰ, ਜਿਨ੍ਹਾਂ ਨੇ ਮੈਦਾਨੇ ਜੰਗ ਦੇ ਵਿੱਚ ਮੇਰੀ ਮਦਦ ਕੀਤੀ ਹੈ। ਪੂਰਨ ਬਾਕ ਦਈ ਪਤਸ਼ਾਹੀ, ਉਹਨਾਂ ਦੇ ਬਚਨ ਪੂਰਨ ਹੋਏ ਨੇ। ਉਹਨਾਂ ਕਿਹਾ ਸੀ ਕਿ ਅਸੀਂ ਤੈਨੂੰ ਪਾਤਸ਼ਾਹੀ ਦੇਾਂਗੇ, ਉਹਨਾਂ ਆਪਣੇ ਵਾਕ ਪੂਰੇ ਕੀਤੇ ਨੇ, ਮੈਨੂੰ ਪਾਤਸ਼ਾਹੀ ਦੇ ਦਿੱਤੀ ਹੈ। ਗੁਣ ਸਗਰੇ ਉਮਰਾਵ ਬੁਲਾਏ, ਇਹ ਤਾਂ ਭਾਈ ਧਰਮ ਸਿੰਘ ਦਾ ਸਤਿਕਾਰ ਕਰਕੇ ਬਹਾਦਰ ਸ਼ਾਹ ਨੇ ਫਿਰ ਆਪਣੇ ਜਿਹੜੇ ਅਫਸਰ ਸੀ, ਇਹਦੇ ਜਿਹੜੇ ਵੱਡੇ ਅਹਿਲਕਾਰ ਇਹਦੇ ਵੱਲੋਂ ਲੜ ਰਹੇ ਸਨ, ਉਹਨਾਂ ਨੂੰ ਬਹਾਦਰ ਸ਼ਾਹ ਨੇ ਆਪਣੀ ਕਚਹਿਰੀ ਵਿੱਚ ਬੁਲਾਇਆ। ਜੇਤਿਕ ਸਭਾ ਸਦ ਸੇ ਚੱਲ ਆਏ, ਜਿੰਨੇ ਵੀ ਇਹਦੀ ਸਭਾ ਦੇ ਸ਼ਿੰਗਾਰ ਬਣਨ ਵਾਲੇ ਇਹਦੇ ਅਫਸਰ ਸਨ, ਅਹਿਲਕਾਰ ਸਨ, ਉਹ ਬਹਾਦਰ ਸ਼ਾਹ ਦੇ ਸੱਦੇ ਤੇ ਦੀ ਕਚਹਿਰੀ ਵਿੱਚ ਆਏ। ਦੋਨੋਂ ਤੀਰ ਦਿਖਾਵਨ ਕਰੇ, ਮਹਾਰਾਜ ਕਲਗੀਧਰ ਜੀ ਦੇ ਜਿਹੜੇ ਤੀਰ ਤਾਰਾ ਆਜ਼ਮ ਦੇ ਮੱਥੇ ਵਿੱਚੋਂ ਇਹਨੇ ਕੱਢੇ ਸਨ, ਉਹ ਤੀਰ ਇਹ ਸਭਾ ਦੇ ਵਿੱਚ ਉੱਚਿਆਂ ਕਰਕੇ ਵਿਖਾਉਂਦਾ ਹੈ। ਇਹ ਕਿਸ ਕੇ ਤਰਕਸ਼ ਮਹਿ ਭਰੇ, ਕਹਿਣ ਲੱਗਾ ਜੀ ਇਹ ਤੀਰ ਕਿਹਦੇ ਤਰਕਸ਼ ਵਿੱਚ ਭਰੇ ਹੋਏ ਨੇ, ਏਦਾਂ ਦੇ ਨਾਲ ਦੇ ਤੀਰ ਕਿਹਦੇ ਪੱਥੇ ਵਿੱਚ ਹਨ। ਬੋਲੇ ਬਹੁ ਬਫਾਏ ਕਰ ਤਬੈ, ਕਈ ਬੜੇ ਹੈਂਕੜ ਤੇ ਹੰਕਾਰ ਦੇ ਵਿੱਚ ਬੋਲੇ, ਹਵਾ ਵਿੱਚ ਗੱਲਾਂ ਕਰਨ ਲੱਗੇ। ਇਹ ਮੇਰੇ ਕਰਕੇ ਲੱਗ ਜਬੈ, ਇੱਕ ਬੋਲਿਆ, ਕਹਿੰਦਾ ਜੀ ਇਹ ਤੀਰ ਮੇਰੇ ਪੱਥੇ ਚੋਂ ਨਿਕਲੇ ਨੇ, ਇਹ ਤੀਰ ਮੈਂ ਆਪਣੀ ਕਮਾਨ ਦੇ ਵਿੱਚੋਂ ਚਲਾਏ ਨੇ। ਅਪਰ ਕਹੈ ਮੈਂ ਐ ਚਿਤ ਬਾਰੇ, ਦੂਜਾ ਬੋਲਿਆ, ਕਹਿੰਦਾ ਜੀ ਇਹ ਝੂਠ ਬੋਲਦਾ, ਇਹ ਤੀਰ ਮੇਰੀ ਕਮਾਨ ਚੋਂ ਨਿਕਲੇ ਨੇ, ਤਾਰਾ ਆਜ਼ਮ ਨੂੰ ਮੈਂ ਮਾਰਿਆ। ਤ੍ਰਿਤੀ ਕਹੈ ਮੈਂ ਸਮੁਖ ਪ੍ਰਹਾਰੇ, ਤੀਜਾ ਕਹਿੰਦਾ ਜੀ ਨਹੀਂ, ਤਾਰਾ ਆਜ਼ਮ ਮੇਰੇ ਵੱਲ ਵਧਿਆ ਆਉਂਦਾ ਸੀ, ਮੈਂ ਮਾਰਿਆ ਉਹਨੂੰ, ਉਹ ਮੇਰੇ ਵੱਲ ਮੂੰਹ ਪਸਾਰ ਕੇ ਵਧਿਆ ਆਉਂਦਾ ਸੀ, ਮੈਂ ਉਹਦੇ ਮੱਥੇ 'ਚ ਤੀਰ ਮਾਰੇ ਨੇ। ਸਭ ਤੇ ਲੈ ਕਰ ਤਿਨਹੋ ਮਿਲਾਏ, ਕਹਿੰਦਾ ਲਿਆਓ ਤੁਹਾਡੇ ਤੀਰ। ਬਹਾਦਰ ਸ਼ਾਹ ਕਹਿੰਦਾ ਆਪਾਂ ਹੁਣੇ ਨਿਰਣਾ ਕਰ ਲੈਨੇ ਆ, ਆਪਣੇ ਆਪਣੇ ਪੱਥੇ 'ਚੋਂ ਆਪਣੇ ਆਪਣੇ ਤੀਰ ਲਿਆ ਕੇ ਵਿਖਾਓ। ਜਦੋਂ ਉਹਨਾਂ ਸਾਰਿਆਂ ਦੇ ਤੀਰਾਂ ਨਾਲ ਉਹ ਤੀਰ ਮਿਲਾਏ ਨੇ ਜਿਹੜੇ ਕਲਗੀਧਰ ਦੇ ਸਨ, ਕਿਮਸੋ ਮਿਲਹਿ ਨ ਸਮਤਾ ਪਾਏ, ਉਹ ਨਿੱਕੀਆਂ ਨਿੱਕੀਆਂ ਚੁੰਝੀਆਂ ਜੀਆਂ ਤੀਰ ਸਨ ਤੇ ਸਤਿਗੁਰਾਂ ਦੇ 4 ਉਂਗਲ ਖਪਰੇ ਚੌੜੇ ਤੀਰ ਤੇ ਲੰਮੀ ਕਾਨੀ ਮੋਟੀ ਕਾਨੀ ਵਾਲੇ ਤੇ ਨਾਲ ਸੋਨਾ ਮੜਿਆ ਹੋਇਆ। ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਤੀਰੀਆਂ ਜੀਆਂ ਸਤਿਗੁਰਾਂ ਦੇ ਤੀਰਾਂ ਨਾਲ ਕਿੱਥੇ ਰਲਣ, ਉਹ ਨਾ ਮਿਲੇ ਮਹਾਰਾਜ ਜੀ ਦੇ ਤੀਰਾਂ ਨਾਲ। ਜਾਣੈ ਸ਼ਾਹੋ ਭੇਵ ਤਿਨ ਸਾਰਾ, ਬਾਦਸ਼ਾਹ ਨੇ ਵੇਖਿਆ ਵੀ ਇਹ ਸਾਰੇ ਝੂਠੇ ਨੇ, ਇਹ ਸਭ ਗਲਤ ਕਹਿ ਰਹੇ ਸਨ। ਇਹਨੇ ਥੋੜਾ ਜਿਹਾ ਉਹਨਾਂ ਨੂੰ ਘੂਰਿਆ ਵੀ, ਤੇ ਫਿਰ ਬਹਾਦਰ ਸ਼ਾਹ ਨੇ ਜਾਣ ਲਿਆ ਕਿ ਇਹ ਤੀਰ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਦੇ ਪੱਥੇ ਚੋਂ ਨਿਕਲੇ ਤੀਰ ਹਨ। ਤੁਰਕਨ ਤੇ ਭੈ ਧਰ ਨਾ ਉਚਾਰਾ, ਪਰ ਬਹਾਦਰ ਸ਼ਾਹ ਇਹਨਾਂ ਤੁਰਕਾਂ ਤੋਂ ਡਰਦਾ ਵੀ ਹੈ, ਕਹਿੰਦਾ ਨਹੀਂ ਮੂੰਹੋਂ ਵੀ ਕਲਗੀਧਰ ਦੇ ਤੀਰ ਨੇ, ਕਿਉਂਕਿ ਇਹਨਾਂ ਵਿੱਚੋਂ ਬਹੁਤੇ ਤੁਰਕ ਕਲਗੀਧਰ ਦੇ ਵਿਰੋਧੀ ਵੀ ਸੀ, ਜਿਨ੍ਹਾਂ ਦੇ ਵੱਡੇ ਵਡੇਰੇ ਜਾਂ ਭਾਈ ਬੰਧੂ ਮਾਰੇ ਸੀ ਜੰਗਾਂ ਦੇ ਮੈਦਾਨ 'ਚ, ਚਮਕੌਰ ਵਿੱਚ ਜਾਂ ਆਨੰਦਪੁਰ ਸਾਹਿਬ ਦੇ ਜੰਗ 'ਚ। ਤੋ ਬਹਾਦਰ ਸ਼ਾਹ ਉਹਨਾਂ ਤੋਂ ਡਰਦਾ ਹੋਇਆ ਨਹੀਂ ਬੋਲਿਆ, ਆਪਣੇ ਮੂੰਹ ਆਪਣੀ ਕੱਟੜਤਾ ਕਰਕੇ ਉਦਾਂ ਸਮਝ ਗਿਆ ਵੀ ਇਹ ਕਲਗੀਧਰ ਦੇ ਤੀਰ ਹਨ। ਇਹ ਤੋ ਤੀਰ ਅਜਾਇਬ ਹੈ, ਤੇ ਮੂੰਹੋਂ ਬੋਲਿਆ, ਕਹਿੰਦਾ ਜੀ ਇਹ ਤੀਰ ਹੀ ਅਜਾਇਬ ਨੇ। ਬਹਾਦਰ ਸ਼ਾਹ ਕਹਿੰਦਾ ਇਦਾਂ ਦੇ ਤੀਰ ਆ ਜਿਹੜੇ ਤੁਸੀਂ ਵੇਖ ਰਹੇ ਹੋ, ਇਹ ਤਾਂ ਅਜਾਇਬ ਤੀਰ ਹਨ। ਨਹਿ ਕੇ ਤਰਕਸ਼ ਕੇ ਸਭ ਲਹੈ, ਤੁਹਾਡੇ ਕਿਸੇ ਵੀ ਯੋਧੇ ਦੇ ਪੱਥੇ ਵਿੱਚ ਇਹੋ ਜਿਹੇ ਤੀਰ ਨਹੀਂ ਹਨ। ਕੇਤਿਕ ਕਹੈ ਫਰਿਸ਼ਤੇ ਆਏ, ਜਦੋਂ ਇਹ ਗੱਲ ਬਹਾਦਰ ਸ਼ਾਹ ਨੇ ਕਹੀ ਤੇ ਸੁਣ ਕੇ ਕਈ ਬੋਲੇ, ਕਹਿੰਦੇ ਜੀ ਫਰਿਸ਼ਤੇ ਆਏ ਸਨ, ਮੈਂ ਬੁਲਾਏ ਸੀ। ਇੱਕ ਬੋਲਿਆ, ਕਹਿੰਦਾ ਜੀ ਸਾਡੇ ਸੱਦੇ ਤੇ ਫਰਿਸ਼ਤੇ ਆਏ ਸਨ, ਉਹਨਾਂ ਫਰਿਸ਼ਤਿਆਂ ਦੇ ਤੀਰ ਨੇ ਤਾਂ ਬੰਦੇ ਚਲਾ ਹੀ ਨਹੀਂ ਸਕਦੇ, ਏਦਾਂ ਦੇ ਤੀਰ ਤਾਂ ਫਰਿਸ਼ਤੇ ਚਲਾਉਂਦੇ ਨੇ। ਤੁਮ ਸਹਾਇਤਾ ਹਿਤ ਸਮੁਦਾਏ, ਤੁਹਾਡੀ ਸਹਾਇਤਾ ਵਾਸਤੇ ਬਹਾਦਰ ਸ਼ਾਹ
ਖੁਦ ਖੁਦਾ ਨੇ ਫਰਿਸ਼ਤੇ ਭੇਜੇ ਸਨ। ਅਜ਼ਗੈਬੀ ਦਲ ਮਾਰਤ ਹੇਰਾ। ਅਸੀਂ ਅਜਗੈਬੀ ਫੌਜਾਂ ਵੇਖੀਆਂ ਨੇ ਜਿਨ੍ਹਾਂ ਨੇ ਆ ਕੇ ਤਾਰਾ ਆਜ਼ਮ ਦੇ ਦਲ ਨੂੰ ਮਾਰਿਆ। ਕਰਿਓ ਪ੍ਰਤਾਪ ਖੁਦਾਏ ਬਡੇਰਾ। ਔਰ ਤੇਰਾ ਪ੍ਰਤਾਪ ਖੁਦਾ ਨੇ ਪ੍ਰਗਟ ਕੀਤਾ, ਤੇਰੇ ਜਲਾਲ ਨੂੰ ਖੁਦਾ ਨੇ ਪ੍ਰਗਟ ਕੀਤਾ। ਸੁਨ ਭਿਖ ਕਰ ਸਭ ਹੋਇ ਬਿਸਮਾਦੇ। ਸਾਰੇ ਸੁਣ ਕੇ ਵੇਖ ਕੇ ਹੈਰਾਨ ਹੁੰਦੇ ਨੇ ਵੀ ਇਹੋ ਜਿਹੇ ਤੀਰ ਤਾਂ ਹੈ ਹੀ ਨਹੀਂ ਕਿਸੇ ਦੇ। ਫਿਰ 4-4 ਚੌੜੇ ਖੱਪਰੇ ਤੀਰ ਨੇ ਉਂਗਲ ਤੇ ਨਾਲ ਸੋਨਾ ਮੜਿਆ ਹੋਇਆ ਤੀਰਾਂ ਦੇ। ਵੇਖ ਵੇਖ ਕੇ ਤੇ ਸੁਣ ਸੁਣ ਕੇ ਹੈਰਾਨ ਹੁੰਦੇ ਨੇ। ਸਲਤਨ ਪਾਏ ਸ਼ਾਹ ਹੋਇ ਹਲਾਦੇ। ਇਧਰ ਬਾਦਸ਼ਾਹ ਸਲਤਨਤ ਨੂੰ ਪ੍ਰਾਪਤ ਕਰਕੇ ਬੜਾ ਖੁਸ਼ ਹੈ, ਬੜੀ ਪ੍ਰਸੰਨਤਾ ਇਹਦੇ ਮਨ ਵਿੱਚ ਕਿ ਮੈਨੂੰ ਹਿੰਦੁਸਤਾਨ ਦਾ ਤਖਤ ਪ੍ਰਾਪਤ ਹੋ ਗਿਆ ਹੈ। ਭਈ ਸ਼ਾਂਤ ਸਭ ਮਿਟਿਓ ਬਖੇਰਾ। ਸ਼ਾਂਤੀ ਹੋ ਗਈ ਹੈ, ਬਖੇਰਾ ਮਿਟ ਗਿਆ। ਜਿਹੜਾ ਪਿਛਲੇ ਕਈ ਦਿਨਾਂ ਤੋਂ ਜੰਗ ਹੋ ਰਿਹਾ ਸੀ, ਉਹ ਜੰਗ ਹੁਣ ਸ਼ਾਂਤ ਵਿੱਚ ਤਬਦੀਲ ਹੋ ਗਿਆ। ਇਸ ਕਾਰਨ ਤੇ ਹਰਖ ਬਡੇਰਾ। ਇਸ ਕਾਰਨ ਕਰਕੇ ਬਹਾਦਰ ਸ਼ਾਹ ਨੂੰ ਖੁਸ਼ੀ ਹੈ ਕਿ ਤਾਰਾ ਆਜ਼ਮ ਜੇ ਜਿਉਂਦਾ ਚਲਿਆ ਜਾਂਦਾ ਤਾਂ ਵੀ ਡਰ ਸੀ, ਹੁਣ ਉਹ ਮਾਰੀ ਗਿਆ। ਇਸ ਗੱਲੋਂ ਫਿਕਰਮੰਦ ਨਹੀਂ ਰਿਹਾ, ਹੁਣ ਇਹਨੂੰ ਫਿਕਰ ਖਤਮ ਹੋ ਗਿਆ। ਦੋਹਰਾ ਕੇਤਿਕ ਦਿਵਸ ਬਿਤਾਏ ਕੈ ਧਰਮ ਸਿੰਘ ਬੁਲਵਾਏ। ਇਦਾਂ 5-4 ਦਿਨ ਇਹਨੇ ਫੌਜ ਸਾਰੀ ਸਾਂਭੀ, ਇਕੱਠੀ ਕੀਤੀ, ਜ਼ਖਮੀਆਂ ਦਾ ਮਲਮ ਪੱਟੀ ਕੀਤਾ, ਇਲਾਜ ਕਰਵਾਇਆ। ਜਿਹੜੀਆਂ ਪਦਵੀਆਂ ਦੇਣੀਆਂ ਹੁੰਦੀਆਂ, ਵਜ਼ੀਰਾਂ ਨੂੰ ਇਲਾਕੇ ਦੇਣੇ ਹੁੰਦੇ, ਸਭ ਦੀ ਪੂਰੀ ਵਿਉਂਤਬੰਦੀ ਕਰਨ ਤੋਂ ਬਾਅਦ 5-4 ਦਿਨਾਂ ਬਾਅਦ ਇਹਨੇ ਭਾਈ ਧਰਮ ਸਿੰਘ ਜੀ ਨੂੰ ਆਪਣੇ ਕੋਲ ਸੱਦਿਆ, ਬੁਲਾਇਆ। ਸਾਦਰ ਸ਼ਾਹੋ ਬਹਾਦਰਾ ਸਭ ਬਿਦਤੇ ਸਮਝਾਏ। ਔਰ ਬੜਾ ਸਤਿਕਾਰ ਕੀਤਾ ਭਾਈ ਧਰਮ ਸਿੰਘ ਜੀ ਦਾ, ਔਰ ਬੜਾ ਭਾਰੀ ਸਤਿਕਾਰ ਕਰਕੇ ਸਰਬ ਪ੍ਰਕਾਰ ਨਾਲ ਉਹਨਾਂ ਨੂੰ ਸਮਝਾਇਆ। ਚੌਪਈ ਮੈਂ ਅਬ ਜਾਉ ਆਗਰੇ ਨਗਰੰ। ਕਹਿਣ ਲੱਗਾ ਭਾਈ ਧਰਮ ਸਿੰਘ ਜੀ ਹੁਣ ਮੈਂ ਆਗਰੇ ਨੂੰ ਜਾ ਰਿਹਾ। ਆਗਰਾ ਮੁਗਲਾਂ ਦੀ ਇੱਕ ਸਮੇਂ ਰਾਜਧਾਨੀ ਵੀ ਰਹੀ ਹੈ। ਬੜੇ ਬੜੇ ਵੱਡੇ ਕਿਲੇ ਨੇ ਆਗਰੇ ਵਿੱਚ ਵੀ, ਲਾਲ ਕਿਲਾ ਹੈ। ਉਹ ਇੱਥੇ ਇਹਨਾਂ ਦੀ ਵੱਡੀ ਰਾਜਧਾਨੀ ਰਹੀ। ਇਹਨਾਂ ਦੀ ਕੋਸ਼ਿਸ਼ ਇਹ ਸੀ ਵੀ ਆਗਰੇ ਨੂੰ ਅਸੀਂ ਆਪਣੀ ਰਾਜਧਾਨੀ ਬਣਾਈਏ, ਪਰ ਉਹ ਜ਼ਿਆਦਾ ਕਾਮਯਾਬ ਨਹੀਂ ਹੋ ਸਕੇ। तो आगरे विच इन्हां दा बड़ा वड्डा प्रबंध सी। बहादुर शाह कहण लगा भी हुण असीं जंग जित लिया है ते मैं हुण आगरे वल जा रहा। करो संभारन लश्कर सगरं। उत्थे जाके मैं सारा लश्कर संभालांगा, सारियां फौजां दा मुला लवांगा। किन्नियां फौजां मरीਆਂ ने, किन्ने रहिंदे ने, किन्नी क फौज मेरे अधीन है। ताहां बैठ कर लैबो दैबो। आगरे जाके हुण उत्थे लैण देण होवेगा, किहनूं की देना, किहदे कोलों की लैणा, ਉਹ ਲੈਣ ਦੇਣ ਦਾ ਸਾਰਾ ਪ੍ਰਬੰਧ ਹੁਣ ਮੈਨੂੰ ਆਗਰੇ ਜਾ ਕੇ ਕਰਨਾ ਪਵੇਗਾ। ਸਭ ਸੂਬਨ ਸਭ ਥਾਨ ਪਠੈਬੋ। ਉੱਥੋਂ ਫਿਰ ਮੈਂ ਸਾਰੇ ਸੂਬਿਆਂ ਨੂੰ ਸਾਰੀਆਂ ਥਾਵਾਂ ਤੇ ਭੇਜਣਾ ਪ੍ਰਬੰਧ ਵਾਸਤੇ। ਕਿਹੜੇ ਸੂਬੇਦਾਰ ਨੂੰ ਕਿੱਥੋਂ ਦਾ ਪ੍ਰਬੰਧ ਦੇਣਾ, ਕਿਹੜੇ ਸੂਬੇਦਾਰ ਨੂੰ ਕਿੱਥੋਂ ਦੀ ਸੂਬੇਦਾਰੀ ਦੇਣੀ ਹੈ, ਉਹ ਸਾਰਾ ਕੁਝ ਮੈਂ ਜਾ ਕੇ ਆਗਰੇ ਵਿੱਚ ਕਰਨਾ ਹੈ। ਤੁਮ ਅਬ ਜਾਏ ਕਿਰਪਾ ਨਿਦ ਪਾਸੀ। ਭਾਈ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਹੁਣ ਕਿਰਪਾ ਨਿਧ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਾਓ। ਕਰੋ ਫਤਿਹ ਕੀ ਬਾਤ ਪ੍ਰਕਾਸ਼ੀ। ਔਰ ਸਤਿਗੁਰਾਂ ਦਾ ਜਾ ਕੇ ਮੇਰੇ ਵੱਲੋਂ ਸ਼ੁਕਰਾਨਾ ਕਰੋ ਤੇ ਨਾਲੇ ਉਹਨਾਂ ਨੂੰ ਜੰਗ ਦੇ ਮੈਦਾਨ ਦੀ ਜੋ ਜਿੱਤ ਦੀ ਗਾਥਾ ਹੈ ਉਹ ਸਰਵਣ ਕਰਾਓ। ਮੋਹੇ ਬੰਦਗੀ ਜਾਏ ਸੁਨਾਵੋ। ਔਰ ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਬੰਦਗੀ ਕਰਿਓ, ਯਾਨੀ ਕਿ ਮੱਥਾ ਟੇਕਿਓ। ਕਰ ਬਿਨਤੀ ਪੁਰ ਕੋਲੇ ਆਵੋ। ਔਰ ਬੇਨਤੀ ਕਰਕੇ ਸਤਿਗੁਰਾਂ ਨੂੰ ਇੱਥੇ ਆਗਰੇ ਵਾਲੀ ਮੇਰੇ ਵਾਲੀ ਲੈ ਆਓ। ਆਪਣਾ ਜਾਨੋ ਦਰਸ ਦਿਖਾਵੋ। ਔਰ ਬੇਨਤੀ ਕਰੋ ਕਿ ਬਹਾਦਰ ਸ਼ਾਹ ਕਹਿੰਦਾ ਕਿ ਸਤਿਗੁਰੂ ਜੀ ਮੈਨੂੰ ਆਪਣਾ ਜਾਣ ਕੇ ਆਪਣੇ ਦਰਸ਼ਨ ਦਿਓ। ਬਿਨਾ ਬਿਲਮ ਇਤ ਮਗ ਪਗ ਪਾਵੋ। ਔਰ ਬਿਨਾ ਦੇਰੀ ਤੋਂ ਸਤਿਗੁਰੂ ਜੀ ਇਸ ਪਾਸੇ ਚੱਲ ਕੇ ਆ ਜਾਣ। ਸਿਰੇ ਪਾਓ ਪੰਚਨ ਕੋ ਦੀਨੇ। ਜਿਹੜੇ ਪੰਜ ਸਿੰਘ ਭਾਈ ਧਰਮ ਸਿੰਘ ਹੋਣਾ ਨਾਲ ਆਏ ਸਨ, ਉਹਨਾਂ ਪੰਜਾਂ ਨੂੰ ਬਹਾਦਰ ਸ਼ਾਹ ਨੇ ਆਪਣੇ ਵੱਲੋਂ ਸਿਰੇ ਪਾਓ ਤੇ ਖਿਲਤਾਂ ਦਿੱਤੀਆਂ। ਚੱਲੇ ਸਿੰਘ ਜਿਤ ਗੁਰੂ ਪ੍ਰਬੀਨੇ। ਔਰ ਸਤਿਗੁਰੂ ਜੀ ਜਿਸ ਪਾਸੇ ਸਨ ਮਹਾਰਾਜ ਜੀ ਨੂੰ ਮਿਲਣ ਲਈ ਪੰਜੇ ਸਿੰਘ ਚੱਲ ਪਏ। ਦਿੱਲੀਪੁਰ ਕੈ ਮਗ ਚੱਲ ਆਏ। ਪਤਾ ਲੱਗਾ ਕਿ ਕਲਗੀਧਰ ਜੀ ਦਿੱਲੀ ਵੱਲ ਜਾ ਰਹੇ ਨੇ। ਤੋ ਸਤਿਗੁਰੂ ਜੀ ਪਹਿਲਾਂ ਹੀ ਦਿੱਲੀ ਵੱਲ ਆ ਰਹੇ ਸਨ ਜਦੋਂ ਇਹ ਆਗਰੇ ਸੀ ਬਹਾਦਰ ਸ਼ਾਹ।
ਤੋ ਉਸ ਵਕਤ ਪੰਜੇ ਸਿੰਘ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲ ਗਏ। ਮਿਲਿਓ ਧਰਮ ਸਿੰਘ ਸੀਸ ਨਿਵਾਏ। ਸਤਿਗੁਰਾਂ ਨੂੰ ਦਿੱਲੀ ਦੇ ਕੋਲ ਆ ਕੇ ਮਿਲੇ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਭਾਈ ਧਰਮ ਸਿੰਘ ਜੀ ਨੇ ਮੱਥਾ ਟੇਕਿਆ। ਸਨਮੁਖ ਬੈਠੇ ਉਹ ਜੁਗ ਕਰ ਜੋਰੇ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਬਹਿ ਗਏ। ਸ੍ਰੀ ਮੁਖ ਭਨਿਓ ਹੇਰ ਇਨ ਓਰੇ। ਭਾਈ ਧਰਮ ਸਿੰਘ ਹੋਣਾ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਹੋਏ ਸੋ ਜਿਮ ਸੁਲਤਾਨੀ ਜੰਗ। ਮਹਾਰਾਜ ਜੀ ਕਹਿੰਦੇ, ਹਾਂ ਜੀ ਧਰਮ ਸਿੰਘ ਜੀ ਦੱਸੋ ਸੁਲਤਾਨੀ ਜੰਗ ਕਿਵੇਂ ਹੋਇਆ? ਸੁਲਤਾਨੀਆਂ ਦਾ ਜੰਗ, ਬਾਦਸ਼ਾਹੀਆਂ ਦਾ ਜੰਗ ਕਿਵੇਂ ਹੋਇਆ? ਵਿਜੈ ਪਰਾਜੈ ਕਹੋ ਪ੍ਰਸੰਗ। ਦੱਸੋ ਕੌਣ ਜਿੱਤਿਆ ਤੇ ਕੌਣ ਹਾਰਿਆ, ਸਾਰਾ ਪ੍ਰਸੰਗ ਸੁਣਾਓ। ਧਰਮ ਸਿੰਘ ਸੁਨ ਤਬੈ ਉਚਾਰੀ। ਭਾਈ ਧਰਮ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ। ਕਲਗੀਧਰ ਜੀ ਨੂੰ ਕਹਿਣ ਲੱਗੇ, ਜਾਣਤ ਆਪ ਜਗਤ ਕਤ ਸਾਰੀ। ਮਹਾਰਾਜ ਦੱਸੀਏ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ। ਤੁਸੀਂ ਅੰਤਰਜਾਮੀ ਹੋ, ਸਾਰੇ ਜਗਤ ਦੀ ਗਤ ਜਾਣਦੇ ਹੋ। ਇਦਤ ਗੁਪਤ ਜੇਤਿਕ ਸਭ ਜਾਣੋ। ਗੁਪਤ ਪ੍ਰਗਟ ਜਿੱਥੇ ਜਿੱਥੇ ਸਾਰੇ ਵਿਸ਼ਵ ਵਿੱਚ ਜੋ ਹੋ ਰਿਹਾ ਉਹ ਤੁਸੀਂ ਜਾਣਦੇ ਹੋ। ਜਾਣੀ ਜਾਣ ਜੀ। ਪ੍ਰਭ ਜੀ ਤੁਮ ਤੇ ਕਹੂੰ ਨਾ ਛਾਨੋ। ਮਹਾਰਾਜ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ, ਤੁਹਾਡੇ ਤੋਂ ਕਿਹੜਾ ਕੁਝ ਛਿਪਿਆ ਹੋਇਆ। ਸਰਬ ਚਰਿਤ ਕੇ ਕਰਨੇ ਹਾਏ। ਸਾਰੇ ਚਰਿਤਰਾਂ ਦੇ ਕਰਨਹਾਰ ਸੁਆਮੀ ਤੁਸੀਂ ਆਪ ਹੋ। ਕਰਮ ਕਰਤ ਭੀ ਰਹੋ ਨਿਆਰੇ। ਕਰਮ ਕਰਦਿਆਂ ਹੋਇਆਂ ਵੀ ਨਿਰਾਲੇ ਹੋ, ਕਰਦੇ ਵੀ ਹੋ ਫਿਰ ਵੀ ਨਿਰਾਲੇ ਹੋ। ਆਇਸ ਤੇ ਹਮ ਕਹੈ ਸੁਨਾਏ। ਪਰ ਫਿਰ ਵੀ ਤੁਹਾਡਾ ਹੁਕਮ ਹੈ ਤੇ ਤੁਹਾਡਾ ਹੁਕਮ ਮੰਨ ਕੇ ਮੈਂ ਸਾਰਾ ਕੁਝ ਸੁਣਾਉਂਦਾ ਹਾਂ। ਦੋਹ ਦਿਸ਼ ਤੇ ਲਸ਼ਕਰ ਉਮੜਾਏ। ਮਹਾਰਾਜ ਦੋਹਾਂ ਪਾਸਿਓਂ ਲਸ਼ਕਰ ਉਮੜੇ, ਦੋਹਾਂ ਪਾਸਿਓਂ ਦਲਾਂ ਦਾ ਭੇੜ ਹੋਇਆ। ਤੋਪਕ ਤੁਪਕ ਤੇ ਪਾਰਣ ਗਾਡੋ। ਤੋਪਾਂ ਚੱਲੀਆਂ, ਬੰਦੂਕਾਂ ਦੇ ਨਾਲ ਚੰਗਾ ਗਾਢਾ ਜੰਗ ਹੋਇਆ। ਹੋਤ ਪਰਾਜੈ ਹੇਰਤ ਠਾਂਡੋ। ਔਰ ਮਹਾਰਾਜ ਉੱਥੇ ਪਰਾਜੈ ਹੁੰਦੀ ਵੇਖੀ ਆ ਤਾਰਾ ਆਜਮ ਦੀ। ਦੀਨ ਹੋਏ ਕੈ ਬਹੁ ਘਿਗੇ ਆਏ। ਜਦੋਂ ਬਹਾਦਰ ਸ਼ਾਹ ਦੀਨ ਹੋ ਕੇ ਘਿਆਇਆ, ਤੁਹਾਡੇ ਚਰਨਾਂ 'ਚ ਬੇਨਤੀਆਂ ਕੀਤੀਆਂ। ਤਬ ਰਾਵਰ ਨੇ ਦਰਸ਼ ਦਿਖਾਏ। ਮਹਾਰਾਜ ਉਦੋਂ ਤੁਸਾਂ ਨੇ ਦਰਸ਼ਨ ਦਿੱਤੇ ਸਨ, ਮੈਂ ਵੀ ਦਰਸ਼ਨ ਕੀਤੇ। ਜਦੋਂ ਬਹਾਦਰ ਸ਼ਾਹ ਨੇ ਵੇਖਿਆ ਤੁਹਾਨੂੰ, ਉਦੋਂ ਮਹਾਰਾਜ ਸ਼ਹੀਦੀ ਫੌਜਾਂ ਨਾਲ ਮੈਂ ਵੀ ਤੁਹਾਡੇ ਦਰਸ਼ਨ ਕੀਤੇ ਸਨ। ਤਾਰਾ ਆਜ਼ਮ ਤੁਰਤ ਸੰਘਾਰਾ। ਔਰ ਤਾਰਾ ਆਜਮ ਨੂੰ ਤੁਰਤ ਫੁਰਤ ਆਪ ਜੀ ਨੇ ਮਾਰ ਮੁਕਾਇਆ। ਵਜਿਓ ਵਿਜੈ ਕੋ ਤਬੈ ਨਗਾਰਾ। ਤਾਰਾ ਆਜਮ ਨੂੰ ਜਦੋਂ ਤੁਸੀਂ ਮਾਰਿਆ, ਉਸੇ ਵਕਤ ਹੀ ਬਹਾਦਰ ਸ਼ਾਹ ਦੀ ਜਿੱਤ ਦੇ ਨਗਾਰੇ ਵੱਜ ਪਏ। ਮਹਾਰਾਜ ਉਸੇ ਵੇਲੇ ਬਹਾਦਰ ਸ਼ਾਹ ਜਿੱਤ ਗਿਆ, ਤੁਸੀਂ ਜਿਤਾਇਆ। ਆਨ ਮਿਲੇ ਸੂਬੇ ਸਮੁਦਾਏ। ਜਿੰਨੇ ਸੂਬੇ ਤਾਰਾ ਆਜਮ ਵੱਲੋਂ ਲੜ ਰਹੇ ਸਨ, ਉਹ ਸਾਰੇ ਬਹਾਦਰ ਸ਼ਾਹ ਨੂੰ ਆ ਕੇ ਮਿਲ ਗਏ। ਸ਼ਾਹੋ ਬਹਾਦਰ ਸਲਤਨ ਪਾਏ। ਏਦਾਂ ਬਹਾਦਰ ਸ਼ਾਹ ਨੂੰ ਸਾਰੀ ਸਲਤਨਤ ਪ੍ਰਾਪਤ ਹੋ ਗਈ ਹੈ। ਹਮਕੋ ਰੁਖਸਦ ਕਰੇ ਪਠਾਏ। ਔਰ ਸਾਨੂੰ ਉਹਨੇ ਰੁਖਸਤ ਕਰਕੇ ਤੁਹਾਡੇ ਕੋਲ ਭੇਜਿਆ। ਤੁਮਕੋ ਬਹੁਤ ਬੰਦਗੀ ਗਾਏ। ਔਰ ਬਹਾਦਰ ਸ਼ਾਹ ਨੇ ਮਹਾਰਾਜ ਤੁਹਾਡੇ ਚਰਨਾਂ 'ਚ ਬੜੀ ਬੰਦਗੀ ਕੀਤੀ ਹੈ। ਉਹਨੇ ਤੁਹਾਡੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਹਨ। ਫਿਰੋਂ ਆਗਰੇ ਨਗਰ ਮਜਾਰਾ। ਉਹ ਕਹਿੰਦਾ ਮੈਂ ਆਗਰੇ ਥਿਰਿਆ, ਆਗਰੇ ਦੇ ਵਿੱਚ ਰਹਾਂਗਾ। ਇਹ ਦਰਸ਼ਨ ਕਰ ਦੇਹ ਉਦਾਰਾ। ਔਰ ਉਹਨੇ ਵੀ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਦਰਸ਼ਨ ਦੇਣ, ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਨ। ਸੁਣ ਕੇ ਸ਼੍ਰੀ ਪ੍ਰਭ ਕੂਚ ਕਰਨ ਤੇ। ਇਹ ਸੁਣ ਕੇ ਮਹਾਰਾਜ ਜੀ ਕਿ ਆਪ ਜੀ ਕੂਚ ਕਰ ਰਹੇ ਹੋ। ਦਿੱਲੀ ਪੁਰ ਦਿਸ਼ ਕੋ ਗਮਨੰਤੇ। ਮਹਾਰਾਜ ਜੀ ਧਰਮ ਸਿੰਘ ਦੇ ਕੋਲੋਂ ਇਹ ਬਾਤਾਂ ਸੁਣੀਆਂ, ਦਿੱਲੀ ਵੱਲ ਹੀ ਜਾ ਰਹੇ ਸੀ ਸਤਿਗੁਰੂ ਜੀ। ਤੋ ਦਿੱਲੀ ਵੱਲ ਮਹਾਰਾਜ ਜੀ ਵਧਦੇ ਜਾ ਰਹੇ ਨੇ। ਨਗਰ ਗ੍ਰਾਮ ਬਨ ਸੈਲ ਬਿਸਾਲੇ। ਜਦੋਂ ਦਿੱਲੀ ਵੱਲ ਜਾਂਦੇ ਰਸਤੇ 'ਚ ਨਗਰ ਆਉਂਦੇ ਐ, ਬਹੁਤ ਸਾਰੇ ਪਿੰਡ ਆਉਂਦੇ ਐ, ਬਹੁਤ ਸਾਰੇ ਬਾਗ ਬਗੀਚੇ ਆਉਂਦੇ ਐ। ਕਰਤ ਜਾਤ ਸ਼੍ਰੀ ਪ੍ਰਭ ਸੁਖ ਨਾਲੇ। ਉਹਨਾਂ ਨੂੰ ਵੇਖਦੇ ਜਾ ਰਹੇ ਮਹਾਰਾਜ। ਕਈ ਥਾਵਾਂ ਤੇ ਪੜਾ ਕਰਦੇ ਨੇ, ਠਹਿਰਦੇ ਨੇ। ਨਿਕਟ ਰਹਿਓ ਪੁਰ ਸੁਨ ਸੁਧ ਸਾਰੀ। ਜਦੋਂ ਦਿੱਲੀ ਨੇੜੇ ਰਹਿ ਗਿਆ, ਦਿੱਲੀ ਵਾਲਿਆਂ ਨੂੰ ਵੀ ਖਬਰ ਹੋ ਗਈ ਕਿ ਕਲਗੀਧਰ ਪਾਤਸ਼ਾਹ ਜੀ ਆ ਰਹੇ ਨੇ। ਆਈ ਚੱਲ ਸਤਿਗੁਰ ਅਸਵਾਰੀ। ਕਿ ਸਤਿਗੁਰਾਂ ਦੀ ਸਵਾਰੀ ਚੱਲ ਕੇ ਆਈ ਹੈ। ਸੁਨ ਸਿੱਖਨ ਮਨ ਉਪਜਿਓ ਚਾਉ। ਸਿੱਖਾਂ ਦੇ ਮਨਾਂ 'ਚ ਚਾਅ ਉਪਜਿਆ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ। ਦਰਸ਼ਨ ਹੇਤ ਚਲੇ ਅਗਵਾਉ। ਦਰਸ਼ਨ ਕਰਨ ਵਾਸਤੇ ਬੜੀ ਛੇਤੀ ਨਾਲ ਅੱਗੇ ਚੱਲ ਕੇ ਆਏ। ਏਤਿਕ ਗਾਡੀ ਪਰ ਚੜਤਾਏ। ਔਰ ਕਹਿੰਦੇ ਕਈ ਆਪੋ ਆਪਣਿਆਂ ਗੱਡਿਆਂ ਦੇ ਉੱਤੇ ਚੜ ਕੇ ਭੱਜ ਕੇ ਆਏ। ਕੋਸੇ ਅੰਦਨ
ਤੁਰੰਗਨ ਪਰ ਚੜੇ ਭਜਾਏ ਕੋਈ ਰਥਾਂ ਨੂੰ ਭਜਾ ਕੇ ਆਇਆ, ਕੋਈ ਘੋੜਿਆਂ ਨੂੰ ਭਜਾ ਕੇ ਆਇਆ। ਇਤਿਕ ਤੁਰੰਗਨ ਪਰ ਚੜ ਚਾਲੇ ਕਈਆਂ ਦੇ ਕੋਲ ਘੋੜੇ, ਘੋੜਿਆਂ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਆਏ ਸਤਿਗੁਰਾਂ ਦੇ ਦਰਸ਼ਨਾਂ ਨੂੰ। ਕਨੇ ਪਦਾੰਤੀ ਭਾਉ ਬਿਸਾਲੇ ਕਈ ਪ੍ਰੇਮ ਵਾਲੇ ਪ੍ਰੇਮੀ ਪੈਦਲ ਦੌੜ ਕੇ ਆਏ ਸਤਿਗੁਰਾਂ ਦੇ ਦਰਸ਼ਨਾਂ ਨੂੰ। ਅਨਿਕ ਕੋਰਨ ਕੋ ਕਰ ਧਾਰੇ ਕਈ ਤਰ੍ਹਾਂ ਦੀਆਂ ਭਟਾਵਾਂ ਲੈ ਕੇ ਦਿੱਲੀ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਮਹਾਰਾਜ ਜੀ ਵੱਲ ਆਈਆਂ। ਮਿਲੇ ਜਾਏ ਮਾਰਗ ਅਗਵਾਰੇ ਅੱਗੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੰਗਤ ਮਿਲੀ। ਦਰਸ਼ਨ ਕਰ ਕਰ ਭਾਉ ਤਰੰਤੇ ਦਰਸ਼ਨ ਕਰ ਕਰਕੇ ਸਤਿਗੁਰਾਂ ਦੇ ਆਪਣਾ ਭਾਉ, ਆਪਣਾ ਪ੍ਰੇਮ ਪ੍ਰਗਟ ਕਰਦੇ ਹਨ ਗੁਰਸਿੱਖ। ਚਰਨ ਸਰੋਜਨ ਸੀਸ ਰਖੰਤੇ ਗੁਰਦੇਵ ਦੇ ਸੋਹਣਿਆਂ ਚਰਨਾਂ ਕਮਲਾਂ ਉੱਤੇ ਆਪਣਾ ਸੀਸ ਰੱਖਦੇ ਐ। ਸਤਿਗੁਰਾਂ ਦੇ ਚਰਨ ਕਮਲਾਂ ਤੇ ਸੀਸ ਰੱਖ ਕੇ ਮੱਥਾ ਟੇਕਦੇ ਹਨ। ਵਸਤਰ ਵਿਭੂਖਨ ਦਰਬ ਉਦਾਰਾ ਸੋਹਣੇ ਬਸਤਰ ਗਹਿਣੇ ਮਹਾਰਾਜ ਜੀ ਨੂੰ ਭੇਟਾ ਕਰਦੇ ਨੇ। ਹਰ ਪੈ ਪ੍ਰਭ ਕੋ ਕਈ ਹਜ਼ਾਰਾ ਹਜ਼ਾਰਾਂ ਰੁਪਈਆ ਸੰਗਤ ਦੇ ਕੁਲ ਦਸਵੰਧ ਦਾ ਇਕੱਤਰ ਕੀਤਾ ਹੋਇਆ ਕਲਗੀਧਰ ਜੀ ਦੇ ਚਰਨਾਂ ਵਿੱਚ ਭੇਟਾ ਕਰਦੇ ਹਨ। ਸਭ ਕੀ ਕਰੀ ਭਾਵਨਾ ਪੂਰੀ ਜਿੰਨੀ ਸੰਗਤ ਹੈ ਸਭ ਦੀਆਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਨੇ। ਕਿਰਪਾ ਦ੍ਰਿਸ਼ਟੀ ਅਵਲੋਕਤ ਰੂਰੀ ਕਿਰਪਾ ਭਰੀ ਸੋਹਣੀ ਦ੍ਰਿਸ਼ਟੀ ਨਾਲ ਮਹਾਰਾਜ ਸਾਰਿਆਂ ਵੱਲ ਤੱਕਦੇ ਨੇ, ਵੇਖਦੇ ਨੇ। ਜਮਨਾ ਪਾਰ ਕਰਿਓ ਪ੍ਰਭ ਡੇਰਾ ਏਦਾਂ ਜਮਨਾ ਦੇ ਪਾਰਲੇ ਪਾਸੇ ਮਹਾਰਾਜ ਜੀ ਨੇ ਡੇਰਾ ਕੀਤਾ। ਲਗਿਓ ਦੀਵਾਨ ਖਾਲਸੇ ਕੇਰਾ ਔਰ ਖਾਲਸੇ ਦਾ ਦੀਵਾਨ ਸਜ ਗਿਆ। ਜਮਨਾ ਪਾਰ ਸਾਹਿਬ ਨੇ ਡੇਰਾ ਕੀਤਾ ਤੇ ਖਾਲਸੇ ਦਾ ਦੀਵਾਨ ਸਜ ਗਿਆ। ਆਵਹਿ ਜਾਹੇ ਨਗਰ ਨਰ ਨਾਰੀ ਨਗਰ ਦੇ ਬਹੁਤ ਸਾਰੇ ਨਰ ਤੇ ਨਾਰੀਆਂ, ਦਿੱਲੀ ਦੇ ਦਿਲਵਾਲੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੇ ਨੇ। ਗੁਰਮੂਰਤ ਪਰ ਹੋਐ ਬਲਿਹਾਰੀ ਸਤਿਗੁਰਾਂ ਦੀ ਸੋਹਣੀ ਮੂਰਤ ਤੋਂ ਵਾਰੇ-ਵਾਰੇ ਜਾਂਦੇ ਨੇ। ਸਤਿਗੁਰਾਂ ਦਾ ਸੋਹਣਾ ਸਰੂਪ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ। ਇੱਕ ਦਿਨ ਡੇਰਾ ਗੁਰੂ ਟਿਕਾਇਓ ਏਦਾਂ ਜਮਨਾ ਪਾਰ ਸਤਿਗੁਰਾਂ ਨੇ ਇੱਕ ਦਿਨ ਡੇਰਾ ਰੱਖਿਆ। ਹੁਣ ਕਰ ਜੋਰ ਸਿੱਖ ਗਨ ਆਇਓ ਫਿਰ ਸੰਗਤ ਆਈ ਤੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ। ਬੈਠੇ ਗੁਰ ਢਿਗ ਬੰਧਨ ਕੀਨ ਔਰ ਗੁਰੂ ਪਾਤਸ਼ਾਹ ਦੇ ਕੋਲ ਆ ਕੇ ਬੰਦਨਾ ਕੀਤੀ। ਸੰਗਤ ਨੇ ਮੱਥਾ ਟੇਕਿਆ। ਖੁਸ਼ੀ ਕਰੀ ਸਭ ਪਰ ਸੁਖ ਲੀਨ ਸਾਰਿਆਂ ਤੇ ਸਤਿਗੁਰੂ ਕਲਗੀਧਰ ਨੇ ਆਪਣੀਆਂ ਖੁਸ਼ੀਆਂ ਕੀਤੀਆਂ। ਸ਼੍ਰੀ ਮੁਖ ਤੇ ਆਇਸ ਫੁਰਮਾਈ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਦਿੱਲੀ ਦੇ ਸਿੱਖ ਆਏ ਨੇ ਉਹਨਾਂ ਨੂੰ ਵੇਖ ਕੇ ਕਲਗੀਧਰ ਜੀ ਬੋਲੇ, ਹਮਕੋ ਦਿੱਲੀ ਦੇਹੋ ਦਿਖਾਈ। ਮਹਾਰਾਜ ਜੀ ਕਹਿੰਦੇ ਬੜਾ ਸੁਣਿਆ ਦਿੱਲੀ ਬਾਰੇ ਬਈ, ਵੀ ਦਿੱਲੀ ਬੜੀ ਵੱਡੀ ਹੈ, ਬੜੇ ਬੜੇ ਕਿਲੇ ਨੇ ਇੱਥੇ, ਤੇ ਸਾਨੂੰ ਦਿੱਲੀ ਦੀ ਸੈਰ ਕਰਾਓ, ਅਸੀਂ ਦਿੱਲੀ ਵੇਖਣੀ ਹੈ। ਕਿਲਾ ਬਾਜ਼ਾਰ ਯਾਦ ਸਭ ਥਾਨ ਸੁਣਿਆ ਬੜੇ ਬੜੇ ਵੱਡੇ ਕਿਲੇ ਨੇ ਦਿੱਲੀ 'ਚ, ਬੜੇ ਬੜੇ ਵੱਡੇ ਬਾਜ਼ਾਰ ਨੇ, ਅਸੀਂ ਉਹ ਵੇਖਣੇ ਹਨ, ਵਿਖਾਓ। ਸੁੰਦਰਤਾ ਸੁਨੀਅਤ ਬਹੁ ਕਾਨ ਸੁਣਿਆ ਆਪਣੇ ਕੰਨੀ ਬੜੀ ਸੁੰਦਰਤਾ ਦਿੱਲੀ ਵਿੱਚ, ਬੜੀਆਂ ਬੜੀਆਂ ਸੋਹਣੀਆਂ ਇਮਾਰਤਾਂ ਦੀ ਮੀਨਾਕਾਰੀ ਵੇਖਣ ਨੂੰ ਨਜ਼ਰ ਆਉਂਦੀ ਹੈ। ਬੜੇ ਬੜੇ ਸੋਹਣੇ ਕੁਤਬ ਦੀਆਂ ਲਾਠਾਂ ਇੱਥੇ ਕਹਿੰਦੇ ਬਣੀਆਂ ਹੋਈਆਂ ਸੁੰਦਰ, ਉਹ ਸਾਨੂੰ ਵਿਖਾਓ, ਅਸੀਂ ਵੇਖੜੀਆਂ ਨੇ। ਸੁਣ ਕੇ ਸਿੱਖਨ ਕੀਨ ਸਲਾਹੂ ਜਦੋਂ ਮਹਾਰਾਜ ਜੀ ਦੇ ਇਹ ਬਚਨ ਸਿੱਖਾਂ ਨੇ ਸੁਣੇ ਦਿੱਲੀ ਵਾਲਿਆਂ ਨੇ, ਸਤਿਗੁਰਾਂ ਨੂੰ ਕਹਿਣ ਲੱਗੇ, ਅਸਮੰਜਸ ਹਮਕੋ ਇਸ ਮਾਹੂ। ਤੇ ਫਿਰ ਗੱਲਾਂ ਕਰਦੇ ਆਪਸ ਵਿੱਚ ਹੀ, ਕਹਿੰਦੇ ਜੀ ਇਹਦੇ ਵਿੱਚ ਸਾਨੂੰ ਬੜੀ ਵੱਡੀ ਅਸਮੰਜਸ ਹੈ। ਸਤਿਗੁਰੂ ਜੀ ਨੂੰ ਨਹੀਂ ਬੋਲੇ, ਪਰ ਜਿਵੇਂ ਕੰਨਾਂ ਦੇ ਵਿੱਚ ਹੀ ਇੱਕ ਦੂਜਿਆਂ ਨਾਲ ਨਾ ਜਿਵੇਂ ਕੰਨੋਂ ਉਹ ਗੱਲਾਂ ਕਰਦੇ ਆਪਸ ਵਿੱਚ ਸਲਾਹ ਕਰਦੇ ਨੇ। ਕਹਿੰਦੇ ਇਹ ਤਾਂ ਬੜੀ ਵੱਡੀ ਅਸਮੰਜਸ ਹੋਵੇਗੀ ਵੀ ਸਤਿਗੁਰਾਂ ਨੂੰ ਦਿੱਲੀ ਲੈ ਕੇ ਜਾਵਾਂਗੇ ਬਾਜ਼ਾਰਾਂ 'ਚ, ਕੀ ਅਸਮੰਜਸ ਹੈ ਭਲਾ। ਹੁਣ ਇਹ ਦੱਸਦੇ ਨੇ ਆਪਣੀ ਕਾਮਦਿਲੀ। ਸੈਯਦ ਮੁਗਲ ਪਠਾਨ ਹਜ਼ਾਰੇ ਇਹ ਦਿੱਲੀ ਵਿੱਚ ਬੜੇ ਬੜੇ ਸੈਯਦ ਰਹਿੰਦੇ ਨੇ, ਵੱਡੇ ਵੱਡੇ ਮੁਗਲ ਰਹਿੰਦੇ ਨੇ, ਵੱਡੇ ਵੱਡੇ ਪਠਾਨ ਰਹਿੰਦੇ ਨੇ। ਜੰਗ ਕਰਤ ਸਤਿਗੁਰ ਨੇ ਮਾਰੇ ਸਤਿਗੁਰੂ ਜੀ ਨੇ ਇਹਨਾਂ ਦੇ ਬੜੇ ਬੜੇ ਭਾਈ ਬੰਧੂ ਜੰਗ ਦੇ ਮੈਦਾਨ ਵਿੱਚ ਮਹਾਰਾਜ ਜੀ ਨੇ ਮਾਰੇ ਨੇ। ਇਹਨਾਂ ਪਠਾਨਾਂ ਦੇ, ਮੁਗਲਾਂ ਦੇ, ਸੈਯਦਾਂ ਦੇ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ,
ਜੰਗ ਦੇ ਮੈਦਾਨ 'ਚ ਗੁਰੂ ਕਲਗੀਧਰ ਜੀ ਨੇ ਇਹਨਾਂ ਨੂੰ ਮਾਰਿਆ। किस को पुत्र भतीजा भ्राता, ਕਿਸੇ ਦਾ ਪੁੱਤਰ ਮਾਰਿਆ, ਕਿਸੇ ਦਾ ਭਰਾ ਮਾਰਿਆ, ਕਿਸੇ ਦਾ ਭਤੀਜਾ ਮਾਰਿਆ। पुर में बासै किस हो जमाता, ਕਈਆਂ ਦੇ ਸਹੁਰੇ ਮਰੇ ਨੂੰ ਉਹਨਾਂ ਦੇ ਜਵਾਈ ਰਹਿੰਦੇ ਨੇ ਇੱਥੇ ਦਿੱਲੀ। इत्यादिक सन बंदी घने। ਏਦਾਂ ਜਿਹੜੇ ਮਾਰੇ ਨੇ ਸਤਿਗੁਰਾਂ ਨੇ ਚਮਕੌਰ ਦੀ ਜੰਗ 'ਚ ਜਾਂ ਆਨੰਦਪੁਰ ਸਾਹਿਬ ਦੀ ਜੰਗ 'ਚ, ਉਹਨਾਂ ਦੇ ਬਹੁਤੇ ਰਿਸ਼ਤੇਦਾਰ ਇੱਥੇ ਦਿੱਲੀ 'ਚ ਰਹਿੰਦੇ ਹਨ। चिलके रण में सतगुर हने, ਔਰ ਸਤਿਗੁਰੂ ਜੀ ਨੇ ਉਹਨਾਂ ਦੇ ਰਿਸ਼ਤੇਦਾਰ ਜੰਗ ਦੇ ਮੈਦਾਨ ਵਿੱਚ ਮਾਰੇ ਨੇ। सो उर क्रोधै जबै निहारै, ਗੱਲਾਂ ਕਰਦੇ ਆਪਸ 'ਚ ਸਲਾਹਾਂ ਕਰਦੇ ਦਿੱਲੀ ਵਾਲੇ। ਕਹਿੰਦੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਦਿੱਲੀ ਦੇ ਸ਼ਹਿਰ ਦੇ ਵਿੱਚ ਲੈ ਕੇ ਜਾਵਾਂਗੇ ਬਾਜ਼ਾਰਾਂ 'ਚ, ਉਹ ਵੇਖ ਕੇ ਗੁੱਸਾ ਕਰਨਗੇ ਸਾਡੇ ਤੇ। ਹੋ ਸਕਦਾ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਹੀ ਆ ਜਾਣ। होय कर इकट्ठे शस्त्र प्रहार हैं, ਇਕੱਠੇ ਹੋ ਕੇ ਆ ਕੇ ਸ਼ਸਤਰਾਂ ਦਾ ਵਾਰ ਕਰਨ, ਸ਼ਸਤਰਾਂ ਦੇ ਪ੍ਰਹਾਰ ਕਰ ਸਕਦੇ ਨੇ। अब रंग मरियो पुत्र तिस केरा, ਔਰੰਗਾ ਮਰ ਗਿਆ, ਉਹਦਾ ਜਿਹੜਾ ਪੁੱਤਰ ਹੈ ਬਹਾਦਰ ਸ਼ਾਹ, होयो नहीं प्रताप अछेरा। ਉਹ ਹਲੇ ਨਵਾਂ ਬਾਦਸ਼ਾਹ ਬਣਿਆ, ਉਹਦਾ ਤਾਂ ਹਲੇ ਪ੍ਰਤਾਪ ਵੀ ਨਹੀਂ ਹੈ। ਉਹ ਨਵਾਂ ਬਾਦਸ਼ਾਹ ਬਣਿਆ, ਉਹਦਾ ਤਾਂ ਹਾਲੇ ਦਿੱਲੀ ਤੇ ਪੂਰਾ ਕਬਜ਼ਾ ਵੀ ਨਹੀਂ ਹੋਇਆ, ਤੇ ਦਿੱਲੀ ਤੇ ਕਾਬਜ ਦੇ ਉੱਤੇ ਆ ਮੁਗਲ ਪਠਾਨ ਨੇ। ਜੇ ਸਤਿਗੁਰਾਂ ਨੂੰ ਅਸੀਂ ਨਾਲ ਲੈ ਕੇ ਦਿੱਲੀ ਦੇ ਬਾਜ਼ਾਰਾਂ 'ਚ ਫਿਰੇ ਤੇ ਉਹ ਵੇਖ ਕੇ ਗੁੱਸਾ ਕਰਨਗੇ। ਉਹ ਆ ਕੇ ਹਮਲਾ ਕਰ ਸਕਦੇ ਨੇ, ਲੜਾਈ ਕਰ ਸਕਦੇ ਨੇ ਸਾਡੇ ਨਾਲ। नह पै तर हैं मर हैं के मार हैं, ਤੇ ਸਤਿਗੁਰੂ ਜੀ ਤਾਂ ਨਿਡਰ ਨੇ, ਨਿਰਭੈ ਨੇ। ਇਹਨਾਂ ਨੇ ਭੈ ਥੋੜੀ ਮੰਨਣਾ ਜੇ ਆ ਗਏ। ਇਹਨਾਂ ਨੇ ਜਾਂ ਮਾਰਨਗੇ ਉਹਨਾਂ ਨੂੰ ਜਾਂ ਮਰਨਗੇ। ਏਦਾਂ ਦੀ ਬਿਰਤੀ ਵਾਲੇ ਇਹਨਾਂ ਦੇ ਨਾਲ ਖਾਲਸੇ ਹਨ। छिड़ है जंग तब को हटकार है, ਜੇ ਜੰਗ ਛਿੜ ਗਈ ਤੇ ਫਿਰ ਕੌਣ ਰੋਕੇਗਾ? ਇੱਥੇ ਬਹਾਦਰ ਸ਼ਾਹ ਵੀ ਨਹੀਂ ਹੈ, ਬਾਦਸ਼ਾਹ ਵੀ ਇਸ ਜਗ੍ਹਾ ਤੇ ਨਹੀਂ ਹੈ। यांते प्रभ को तरी चढ़ाव हो, ਇਹਨਾਂ ਦਿੱਲੀ ਵਾਲਿਆਂ ਨੇ ਨਾ ਸਲਾਹ ਜੀ ਕਰ ਲਈ। ਕਹਿੰਦੇ ਏਦਾਂ ਕਰੀਏ, ਸਤਿਗੁਰਾਂ ਨੂੰ ਕਿਸ਼ਤੀ ਤੇ ਬਿਠਾ ਕੇ ਬਾਹਰੋਂ ਬਾਹਰ ਜਮਨਾ ਦੇ ਕੰਢੇ ਕੰਢੇ ਫੇਰੀ ਜਾਵਾਂਗੇ, ਜਮਨਾ ਨਦੀ 'ਚ। ਕਿਉਂਕਿ ਪੁਰਾਣੀ ਜਿਹੜੀ ਦਿੱਲੀ ਸੀ ਉਹ ਤਕਰੀਬਨ ਜਮਨਾ ਦੇ ਨਾਲ ਹੀ ਸਾਰੀ ਵਸਦੀ ਸੀ, ਨਾਲ ਜਮਨਾ ਚੱਲਦੀ ਸੀ। ਆਗਰੇ ਤੱਕ ਏਦਾਂ ਜਮਨਾ ਚੱਲ ਕੇ ਜਾਂਦੀ ਸੀ। ਤੇ ਹੁਣ ਤਾਂ ਬਹੁਤ ਵਿਸਥਾਰ ਹੋ ਗਿਆ ਦਿੱਲੀ ਦਾ, ਜਮਨਾ ਦੇ ਪਾਰ ਵੀ ਬਹੁਤ ਇਲਾਕਾ, ਇਧਰਲੇ ਪਾਸੇ ਵੀ ਇਲਾਕਾ ਬਹੁਤ ਫੈਲਾਓ ਹੈ ਦਿੱਲੀ ਦਾ। ਤੇ ਇਹਨਾਂ ਦਿੱਲੀ ਵਾਲੀ ਸੰਗਤ ਨੇ, ਸਿੱਖਾਂ ਨੇ ਸਲਾਹ ਕੀਤੀ ਵੀ ਦਿੱਲੀ ਦੇ ਅੰਦਰ ਨਹੀਂ ਲੈ ਕੇ ਜਾਂਦੇ ਸਤਿਗੁਰਾਂ ਨੂੰ। ਜਮਨਾ ਨਦੀ ਦੇ ਵਿੱਚ ਕਿਸ਼ਤੀ 'ਚ ਬਿਠਾ ਕੇ ਤੇ ਨਦੀ ਦੀ ਸੈਰ ਕਰਾ ਦਿੰਦੇ ਆ, ਬਾਹਰੋਂ ਦਿੱਲੀ ਵਿਖਾ ਦਿੰਦੇ ਆ। श्री जमुना बिच कोले जाव हो, ਔਰ ਸਤਿਗੁਰੂ ਜੀ ਨੂੰ ਜਮਨਾ ਦੀ ਨਦੀ ਵਿੱਚ ਲੈ ਜਾਂਦੇ ਆ, ਕਿਸ਼ਤੀ ਵਿੱਚ ਬਿਠਾ ਕੇ। निकट निकट के सगल मकाना, ਤੇ ਜਿਹੜੇ ਨਦੀ ਦੇ ਕੰਢੇ ਕੰਢੇ ਮਕਾਨ ਬਣੇ ਨੇ, ਨਦੀ ਦੇ ਕੰਢੇ ਕੰਢੇ ਜਿਹੜੀਆਂ ਇਮਾਰਤਾਂ ਬਣੀਆਂ ਨੇ, ਉਹ ਵਿਖਾ ਦੇਾਂਗੇ। कहाँ बतावो पिखो महाना, ਉੱਥੇ ਹੀ ਬਹਿ ਕੇ ਦੱਸੀ ਜਾਵਾਂਗੇ ਮਹਾਰਾਜ, ਉਹ ਜਾਮਾ ਮਸਜਿਦ ਆ, ਉਹ ਸਾਹਮਣੇ ਲਾਲ ਕਿਲਾ ਦਿਸਦਾ, ਉਹ ਫਲਾਣੀ ਥਾਂ ਦਿਸਦੀ ਹੈ। ਏਦਾਂ ਮਹਾਰਾਜ ਜੀ ਨੂੰ ਦੂਰੋਂ ਹੀ ਵਿਖਾ ਦੇਾਂਗੇ ਸਾਰਾ ਕੁਝ। इम मसलत कर सब दिल वाली, ਏਦਾਂ ਮਸਲਤ ਕੀਤੀ ਦਿੱਲੀ ਦੇ ਦਿਲਵਾਲੀਆਂ ਨੇ। मंगवाई इक नाव बिसाली, ਇੱਕ ਵੱਡੀ ਕਿਸ਼ਤੀ ਮੰਗਾਈ ਉਸੇ ਵਕਤ, और संग के तिक मंगवाई, ਔਰ ਉਹਦੇ ਨਾਲ 5-7 ਕਿਸ਼ਤੀਆਂ ਹੋਰ ਛੋਟੀਆਂ ਵੀ ਮੰਗਾ ਲਈਆਂ। कह कर सतगुर लए चढ़ाई, ਇੱਕ ਵੱਡੀ ਕਿਸ਼ਤੀ ਬੜੀ ਸੁੰਦਰ, ਉਹਦੇ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਇਹਨਾਂ ਨੇ ਸਵਾਰ ਕੀਤਾ। सने सने सब तरी चलाई, ਤੇ ਨਾਲ ਬਾਕੀ ਜਿਹੜੀਆਂ ਛੋਟੀਆਂ ਕਿਸ਼ਤੀਆਂ ਉਹ ਵੀ ਟੋਰ ਲਈਆਂ। ਸਹਿਜੇ ਜਮਨਾ ਦੇ ਪਾਣੀ ਦੇ ਵਿੱਚ ਕਿਸ਼ਤੀਆਂ ਠਿੱਲੀਆਂ। पुर के निकट तरत जब आई, ਜਦੋਂ ਤਰਦੀਆਂ ਕਿਸ਼ਤੀਆਂ ਨਗਰ ਦੇ ਨੇੜੇ ਆਈਆਂ दूरबीन प्रभ को गहवाई, ਤੇ ਸਤਿਗੁਰਾਂ ਨੂੰ ਇਹਨਾਂ ਨੇ ਦੂਰਬੀਨ ਫੜਾ ਦਿੱਤੀ। ਕਲਗੀਧਰ ਜੀ ਨੂੰ ਜਦੋਂ ਨੇੜੇ ਜੀ ਆ ਗਈ ਨਾ ਕਿਸ਼ਤੀ, ਤੇ ਦੂਰਬੀਨ ਸਤਿਗੁਰੂ ਜੀ ਨੂੰ ਫੜਾ ਦਿੱਤੀ। लगे बतावन थल समुदाई, ਤੇ ਦੂਰਬੀਨ ਫੜਾ ਕੇ ਕਹਿੰਦੇ ਮਹਾਰਾਜ ਵੇਖੋ ਇਹਦੇ ਵਿੱਚੋਂ ਸਾਰੀ ਥਾਂ ਕਿੱਡਾ ਸੋਹਣਾ ਵਿਊ ਦਿਸਦਾ ਇੱਥੋਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਇੱਥੋਂ ਵੇਖੋ ਮਹਾਰਾਜ, ਉਹ ਵੇਖੋ ਸਾਹਮਣੇ ਕਿਲੇ ਦੀ ਉੱਚੀ। ਮਹਾਰਾਜ ਜੀ ਤਾਂ ਅੰਦਰ ਜਾ ਕੇ ਵੇਖਣਾ ਚਾਹੁੰਦੇ ਸੀ, ਤੇ ਦੂਰੋਂ ਹੀ ਮਹਾਰਾਜ ਜੀ ਨੂੰ ਕਹਿੰਦੇ ਜੀ ਉਹ ਵੇਖੋ ਸਾਹਮਣੇ ਫਲਾਣੀ ਥਾਂ ਜੀ, ਅਮਕੀ ਥਾਂ ਹੈ। श्री सतगुरु बाजार बिसाला, ਮਹਾਰਾਜ ਉਹ ਵੇਖੋ ਕਿੱਡਾ ਵੱਡਾ ਬਾਜ਼ਾਰ ਹੈ। लाल दुर्ग लग हाटन माला, ਮਹਾਰਾਜ ਉਹ ਸਾਹਮਣੇ ਲਾਲ ਦੁਰਗ ਲਾਲ ਕਿਲੇ ਤਾਈਂ
ਅੱਟਾਂ ਦੀ ਦੁਕਾਨ ਹੈ, ਮੈਂ ਦੁਕਾਨਾਂ ਦੀ ਮਹਾਰਾਜ ਵੱਡੀ ਲੈਣ ਹੈ। ਮਹਿਜਿਤ ਜੁਮਾ ਖਰੀ ਇਹ ਦੀਖੀ। ਉਹ ਵੇਖੋ ਮਹਾਰਾਜ ਜਾਮਾ ਮਸਜਿਦ ਕਿੱਡੀ ਵੱਡੀ ਖੜੀ ਦਿਸਦੀ ਹੈ। ਇੱਥੇ ਆ ਕੇ ਜੁਮੇ ਦੀ ਨਮਾਜ਼ ਪੜ੍ਹਦੇ ਨੇ ਬਾਦਸ਼ਾਹ। ਅਤ ਸੁੰਦਰ ਸੁਰਪੁਰੀ ਸਰੀਖੀ। ਮਹਾਰਾਜ ਵੇਖੋ ਕਿੰਨੀ ਸੋਹਣੀ ਨਗਰੀ ਐਦਾਂ ਜਾਪਦਾ ਜਿਵੇਂ ਸਵਰਗਪੁਰੀ ਹੋਵੇ। ਵਾਹਨ ਲਾਲ ਲਗਿਓ ਇਹ ਸਾਰੋ। ਮਹਾਰਾਜ ਆ ਵੇਖੋ ਸਾਰਾ ਲਾਲ ਪੱਥਰ ਲੱਗਾ ਹੋਇਆ, ਦੱਸਦੇ ਆ ਨਾਲ ਨਾਲ। ਮਹਾਰਾਜ ਇਹ ਵੇਖੋ ਦੂਰਬੀਨ ਨਾਲ ਵੇਖੋ, ਇਹ ਲਾਲ ਰੰਗ ਦਾ ਜਿਹੜਾ ਪੱਥਰ ਹੈ ਸਾਰਾ ਲਾਲ ਪੱਥਰ ਲੱਗਾ ਹੋਇਆ ਹੈ। ਬਹੁਤ ਧਨ ਦੇ ਕਰ ਦੁਰਗ ਉਸਾਰੋ। ਬੜਾ ਪੈਸਾ ਖਰਚ ਕੇ ਮਹਾਰਾਜ ਇਹ ਕਿਲਾ ਬਣਾਇਆ, ਲਾਲ ਕਿਲਾ। ਵਾਸਾ ਕਰਤ ਰਹੇ ਗਨ ਸ਼ਾਹੂ। ਔਰ ਇੱਥੇ ਬੜੇ ਬੜੇ ਬਾਦਸ਼ਾਹ ਰਹੇ ਨੇ ਮਹਾਰਾਜ। ਸ਼ਾਹਜਹਾਨ, ਜਹਾਂਗੀਰ, ਅਕਬਰ ਵਰਗੇ ਬਾਦਸ਼ਾਹ ਇੱਥੇ ਰਹਿੰਦੇ ਰਹੇ ਨੇ। ਚਿੱਤਰ ਬਚਿੱਤਰ ਬਨੇ ਇਸ ਮਾਹੂ। ਮਹਾਰਾਜ ਇਹਦੇ ਵਿੱਚ ਬੜੀਆਂ ਸੋਹਣੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ, ਅੰਦਰ ਬੜੇ ਬੜੇ ਸੋਹਣੇ ਚਿੱਤਰ ਬਣਾਏ ਹੋਏ, ਮੀਨਾਕਾਰੀਆਂ ਕੀਤੀਆਂ ਹੋਈਆਂ ਨੇ। ਇਤਿਆਦਿਕ ਕਹਿ ਸਕਲ ਦਿਖਾਈ। ਏਦਾਂ ਕਹਿ ਕੇ ਨਾ ਸਾਰਾ ਕੁਝ ਵਿਖਾਉਂਦੇ ਆ ਦੂਰੋਂ ਦੂਰੋਂ ਹੀ। ਨਦੀ ਵਿੱਚ ਹੀ ਮਹਾਰਾਜ ਜੀ ਵੇਖੀ ਜਾਂਦੇ, ਨਾਲੇ ਇਹਨਾਂ ਦਿੱਲੀ ਵਾਲਿਆਂ ਦੀਆਂ ਕਰਤੂਤਾਂ ਵੀ ਵੇਖਦੇ ਆ ਵੀ ਸਾਨੂੰ ਕਿਵੇਂ ਛਲਦੇ ਆ, ਵੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ। ਮਹਾਰਾਜ ਜੀ ਨਾਲੇ ਵੇਖਦੇ ਆ ਉਹਨਾਂ ਵੱਲ ਜਿਹੜੇ ਸਾਰੀ ਦੁਨੀਆ ਨੂੰ ਛਲਣ ਵਾਲੇ ਸਤਿਗੁਰਾਂ ਨੂੰ ਛਲਣ ਟੁਰੇ ਸਨ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਵੇਖੀ ਜਾਂਦੇ ਨੇ, ਨਾਲੇ ਮੁਸਕਰਾਈ ਜਾਂਦੇ ਨੇ। ਸਨੇ ਸਨੇ ਤਰਨੀ ਚਲਵਾਈ। ਸਹਜੇ ਸਹਜੇ ਕਿਸ਼ਤੀ ਟੋਰਦੇ ਹਨ। ਮੋਤੀ ਬਾਗ ਉਤਾਰੇ ਜਾਏ। ਤੇ ਚਲਦਿਆਂ ਚਲਦਿਆਂ ਮਹਾਰਾਜ ਜੀ ਨੂੰ ਮੋਤੀ ਬਾਗ ਸਾਹਿਬ, ਜਿੱਥੇ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਸਥਾਨ ਹੈ ਅੱਜ ਕੱਲ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਕਰਵਾਇਆ। ਘਨੇ ਲੋਕ ਆਏ ਉਮਡਾਏ। ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਈ। ਦਰਸ਼ਨ ਕਰ ਕਰ ਸਕਲ ਸਿਧਾਰੇ। ਤੇ ਦਰਸ਼ਨ ਕਰ ਕਰਕੇ ਸਾਰੇ ਜਾ ਰਹੇ ਨੇ। ਐ ਸਤਿਗੁਰ ਤਰ ਬਾਗ ਨਿਹਾਰੇ। ਤੇ ਇੱਥੇ ਬਾਗ ਸੀ, ਮੋਤੀ ਬਾਗ ਤਾਂ ਹੀ ਕਹਿੰਦੇ ਸਨ ਇਹਨੂੰ। ਬਾਗ ਦੇ ਬੜੇ ਸੋਹਣੇ ਬੂਟੇ ਦਰਖਤ ਲੱਗੇ, ਸਤਿਗੁਰੂ ਜੀ ਵੇਖਦੇ ਨੇ। ਪੁਨ ਤਰਨੀ ਪਰ ਲਏ ਚੜਾਏ। ਤੇ ਮੋਤੀ ਬਾਗ ਉਤਾਰਾ ਕੀਤਾ, ਫਿਰ ਕਿਸ਼ਤੀ ਤੇ ਸਵਾਰ ਕਰ ਲਿਆ। ਪਹੁੰਚਾਏ ਜੈ ਸਿਵਰ ਲਗਾਏ। ਜਿੱਥੇ ਜਮਨਾ ਪਾਰ ਸਤਿਗੁਰਾਂ ਦਾ ਡੇਰਾ ਸੀ, ਫਿਰ ਉੱਥੇ ਪਹੁੰਚਾ ਦਿੱਤਾ। ਤਬ ਸਤਿਗੁਰ ਸਿੱਖਨ ਸਨ ਕਹਿਓ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਰਨ ਫਰੇਬ ਹਮ ਹੋ ਸੰਗ ਚਹਿਓ। ਮਹਾਰਾਜ ਜੀ ਉਹ ਦਿੱਲੀ ਵਾਲਿਆਂ ਨੂੰ ਕਹਿੰਦੇ ਸਾਡੇ ਨਾਲ ਫਰੇਬ ਕਰ ਦਿਓ ਬਈ। ਕਲਗੀਧਰ ਪਾਤਸ਼ਾਹ ਕਹਿੰਦੇ ਉਹ ਦਿੱਲੀ ਵਾਲਿਓ ਸਾਡੇ ਨਾਲ ਫਰੇਬ ਕਰ ਦਿਓ, ਫਰੇਬ ਰਚ ਦਿਓ। ਦਿੱਲੀ ਮੈਂ ਸਿੱਖੀ ਮਗਹੇਰਾ। ਮਹਾਰਾਜ ਜੀ ਕਹਿੰਦੇ ਦਿੱਲੀ ਦੇ ਸਿੱਖਾਂ ਦਾ ਅਸੀਂ ਰਸਤਾ ਵੇਖਿਆ। ਜਥਾ ਮੁਲੰਮਾ ਕੰਚਨ ਕੇਰਾ। ਕਹਿੰਦੇ ਜਿਵੇਂ ਮੁਲੰਮਾ ਨਹੀਂ ਚੜਿਆ ਹੁੰਦਾ ਕਿਸੇ ਤਾਂਬੇ ਦੀ ਧਾਤ ਤੇ ਸੋਨਾ ਜਾਂ ਥੋੜਾ ਜਿਹਾ ਝਾਲ ਜੀ ਫੇਰੀ ਹੁੰਦੀ ਹੈ, ਕਹਿੰਦੇ ਇਦਾਂ ਦੇ ਨੇ ਦਿੱਲੀ ਦੇ ਸਿੱਖ ਅਸੀਂ ਵੇਖ ਲਏ ਨੇ। ਕਲਗੀਧਰ ਪਾਤਸ਼ਾਹ ਸਾਰਿਆਂ ਵਾਸਤੇ ਨਹੀਂ ਹੋਣਾ ਬਚਨ। ਦਿੱਲੀ 'ਚ ਚੰਗੇ ਭਜਨੀਕ ਗੁਰਸਿੱਖ ਵੀ ਮਹਾਰਾਜ ਜੀ ਦੇ ਰਹਿੰਦੇ ਸਨ, ਪਰ ਪਾਤਸ਼ਾਹ ਕਹਿੰਦੇ ਅਸੀਂ ਵੇਖ ਲਏ ਨੇ ਬਹੁਤੇ ਦਿੱਲੀ ਵਾਲੇ ਜਿਹੜੇ ਸਿੱਖ ਨੇ, ਜਿਵੇਂ ਸੋਨੇ ਦਾ ਨਹੀਂ ਉੱਪਰਲੇ ਪਾਸੋਂ ਮਲੰਮਾ ਜਿਹਾ ਕੀਤਾ ਹੁੰਦਾ, ਕਹਿੰਦੇ ਇਦਾਂ ਦੇ ਹਨ। ਸਾਡੇ ਨਾਲ ਫਰੇਬ ਕਰਦੇ ਆ। ਅੰਦਰ ਨਹੀਂ ਲੈ ਕੇ ਗਏ ਦਿੱਲੀ ਦੇ ਵਿੱਚ, ਬਾਹਰੋਂ ਜਮਨਾ ਨਦੀ 'ਚ ਬਿਠਾ ਕੇ ਦੂਰਬੀਨ ਫੜਾ ਵਿਖਾਉਂਦੇ ਆ। ਅੱਜ ਨਾ ਕਿਲਿਆਂ ਦੀਆਂ ਬਾਤਾਂ ਕਰਦੇ ਨੇ। ਇਹ ਲਾਲ ਕਿਲੇ ਬਾਦਸ਼ਾਹਾਂ ਦੀ ਰਹਿਮਤ ਵਾਲੀ ਹੈ, ਇੱਥੇ ਬਾਦਸ਼ਾਹ ਰਹਿੰਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਸਮਾਂ ਆਉਣਾ ਮੇਰੇ ਬਘੇਲ ਸਿੰਘ ਵਰਗਿਆਂ ਨੇ ਇਸੇ ਕਿਲਿਆਂ ਦੇ ਉੱਤੇ ਆਪਣੇ ਨਿਸ਼ਾਨ ਚਲਾਉਣੇ ਆ। ਅੱਜ ਸਾਨੂੰ ਇਹਦੇ ਕਿਲਿਆਂ ਵਿੱਚ ਜਾਣ ਤੋਂ ਸਾਡੇ ਦਿੱਲੀ ਦੇ ਸਿੱਖ ਹੀ ਰੋਕਦੇ ਆ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਨੇ ਛਾਵਣੀਆਂ ਪਾ ਬਹਿਣਾ ਇੱਥੇ। ਹਾਂਜੀ, 100 ਦਿਨ ਬਿਤਿਓ ਪ੍ਰਾਤ ਪੁਨ ਭਈ। ਕਹਿੰਦੇ ਤਾਂ ਉਹ ਦਿਨ ਬੀਤ ਗਿਆ, ਰਾਤ ਹੋਈ। ਸੰਗਤ ਸਕਲ ਦਰਸ ਕਉ ਗਈ। ਮੋਤੀ ਬਾਗ ਸਾਹਿਬ ਦੀ ਇੱਕ ਘਟਨਾ ਹੋਰ ਦੱਸਦੇ ਆ ਇਤਿਹਾਸਕਾਰ ਵੀ, ਉੱਥੇ ਝੋਟੇ ਤੇ ਹਾਥੀ ਦਾ ਭੇੜ ਕਰਾਇਆ ਸਤਿਗੁਰਾਂ ਨੇ। ਤੇ ਝੋਟੇ ਤੇ ਹਾਥੀ ਦਾ ਭੇੜ ਕਰਾ ਕੇ ਗੁਰਦੇਵ ਨੇ ਕੌਤਕ ਰਚਿਆ ਸੀ, ਕਲਗੀਧਰ ਸੁਆਮੀ ਨੇ। ਇਹ ਇਤਿਹਾਸ ਵੀ ਮੋਤੀ ਬਾਗ ਸਾਹਿਬ ਦਾ ਦੱਸਿਆ ਜਾਂਦਾ ਹੈ। ਖੈਰ ਕਹਿੰਦੇ ਸ਼ਾਮ ਪੈ ਗਈ, ਕਰ ਬੰਧਨ ਬੈਠੇ ਜਬ ਪਾਸੀ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੰਦਨਾ ਕਰਕੇ ਬੈਠ ਗਈ ਸੰਗਤ। ਮੋਤੀ ਬਾਗ ਤੋਂ ਮਹਾਰਾਜ ਜੀ ਵਾਪਸ ਆ ਗਏ ਜਮਨਾ ਪਾਰ, ਜਿੱਥੇ ਸਤਿਗੁਰਾਂ ਦਾ ਡੇਰਾ ਸੀ। ਤੋਂ ਮੋਤੀ ਬਾਗ ਸਾਹਿਬ ਕਲਗੀਧਰ ਦਾ ਦਰਬਾਰ ਹੈ। ਜਮਨਾ ਪਾਰ ਜਿੱਥੇ ਸਾਹਿਬ ਦਾ ਡੇਰਾ ਸੀ ਉਹਦੇ ਬਾਰੇ ਕੋਈ ਇਤਿਹਾਸਕ ਟਿਕਾਣਾ ਨਹੀਂ ਮਿਲਦਾ,
ਪਰ ਇਤਿਹਾਸ ਵਿੱਚ ਇਹ ਵੇਰਵਾ ਹੈ ਕਿ ਸਤਿਗੁਰੂ ਜੀ ਉੱਥੇ ਰਹੇ ਨੇ। ਮੋਤੀ ਬਾਗ ਆਪਣੇ ਪਟਿਆਲੇ ਸ਼ਹਿਰ ਵਿੱਚ ਵੀ ਮਹਾਰਾਜ ਜੀ 9ਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਵੀ ਹੈ, ਗੁਰਦੁਆਰਾ ਮੋਤੀ ਬਾਗ ਸਾਹਿਬ। ਇੱਥੇ 9ਵੇਂ ਪਾਤਸ਼ਾਹ ਨੇ ਚਰਨ ਪਾਏ ਨੇ ਤੇ ਦਿੱਲੀ ਵਿਖੇ ਮੋਤੀ ਬਾਗ ਵਿੱਚ ਸਤਿਗੁਰੂ 10ਵੇਂ ਪਾਤਸ਼ਾਹ ਨੇ ਚਰਨ ਪਾਏ ਨੇ। ਹਾਂਜੀ, ਸ਼੍ਰੀ ਮੁਖ ਤੇ ਤਬ ਗਿਰਾ ਪ੍ਰਕਾਸ਼ੀ। ਸਤਿਗੁਰੂ ਜੀ ਨੇ ਆਪਣੇ ਮੁਖੋਂ ਬਚਨ ਉਚਾਰੇ। ਨੌਵੇਂ ਸਤਿਗੁਰ ਜੈ ਸੰਸਕਾਰੇ। ਹੁਣ ਦਿੱਲੀ ਦੇ ਸਿੱਖਾਂ ਦੀ ਡਿਊਟੀ ਲਾਈ। ਵੇਖੋ ਕਿਹੋ ਜਿਹੇ ਮਾਹੌਲ ਵਿੱਚੋਂ ਸਤਿਗੁਰੂ ਗੁਜਰੇ ਨੇ। ਜੰਗਾਂ ਯੁੱਧਾਂ ਦਾ ਮਾਹੌਲ ਹੈ, ਪਰ ਫਿਰ ਵੀ ਆਪਣੇ ਸਾਹਿਬਾਂ ਦੇ ਪਾਵਨ ਅਸਥਾਨਾਂ ਨੂੰ ਪ੍ਰਗਟ ਕਰਨ ਵਾਸਤੇ ਗਰੀਬ ਨਵਾਜ ਪਾਤਸ਼ਾਹ ਯਤਨਸ਼ੀਲ ਨੇ। ਦਿੱਲੀ ਦੇ ਸਿੱਖਾਂ ਨੂੰ ਕਿਹਾ ਵੀ ਸਿੱਖੋ ਤੁਸੀਂ ਇੱਥੇ ਰਹਿੰਦੇ ਹੋ। ਪਾਤਸ਼ਾਹ ਤਾਂ ਪਹਿਲੀ ਵਾਰ ਆਏ ਨੇ ਦਿੱਲੀ ਸਰੀਰ ਕਰਕੇ, ਉਦਾਂ ਤਾਂ ਸਾਰੀ ਧਰਤੀ ਵਿੱਚ ਹੀ ਪਾਤਸ਼ਾਹ ਜਰਰੇ ਜਰਰੇ 'ਚ ਹੀ ਵਿਆਪਕ ਨੇ। ਉਹ ਸਰੀਰ ਕਰਕੇ ਪਹਿਲੀ ਵਾਰ ਆਏ ਨੇ ਦਿੱਲੀ। 9ਵੇਂ ਪਾਤਸ਼ਾਹ ਦੀ ਸ਼ਹੀਦੀ ਵੀ ਦਿੱਲੀ 'ਚ ਹੋਈ ਹੈ। ਤੋ ਸਤਿਗੁਰੂ ਜੀ ਕਹਿੰਦੇ ਉਹ ਥਾਂ ਜਿੱਥੇ ਸਾਡੇ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ, ਤਿਸ ਥਲ ਕੋ ਕੀ ਜੈ ਨਿਰਧਾਰੇ। ਉਹ ਜਗ੍ਹਾ ਨਿਰਧਾਰਤ ਕਰੋ ਵੀ ਉਹ ਜਗ੍ਹਾ ਕਿਹੜੀ ਹੈ, ਉਹ ਕਿਹੜਾ ਸਥਾਨ ਹੈ। ਆਗੇ ਅਵਰੰਗ ਤੇ ਡਰ ਪਾਵਹੋ। ਅੱਗੇ ਤਾਂ ਚਲੋ ਤੁਸੀਂ ਔਰੰਗੇ ਤੋਂ ਡਰਦੇ ਨਹੀਂ ਸੀ, ਉੱਥੇ ਜਾਂਦੇ। ਔਰੰਗੇ ਤੋਂ ਤੁਸੀਂ ਭੈ ਭੀਤ ਸੀ। ਅਬ ਨ ਰਹਿਓ ਮੰਦਰ ਬਨਵਾਵਹੋ। ਮਹਾਰਾਜ ਜੀ ਕਹਿੰਦੇ ਹੁਣ ਤਾਂ ਔਰੰਗਾ ਮਰ ਗਿਆ, ਦਿੱਲੀ ਵਾਲਿਓ ਹੁਣ ਤਾਂ ਉੱਥੇ ਸਥਾਨ ਬਣਾਈਏ, 9ਵੇਂ ਪਾਤਸ਼ਾਹ ਦੀ ਯਾਦ ਬਣਾਈਏ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਸੰਸਕਾਰ ਹੋਇਆ। ਸੁਣ ਕੇ ਸਿੱਖ ਗਏ ਤਬ ਸਿਆਣੇ। ਜਿਹੜੇ ਦਿੱਲੀ ਦੇ ਪੁਰਾਣੇ ਬਜ਼ੁਰਗ ਸਿੱਖ ਸਨ, ਜਿਨ੍ਹਾਂ ਨੂੰ ਪਤਾ ਸੀ ਉਸ ਸਥਾਨ ਬਾਰੇ, ਉਹਨਾਂ ਨਿਸ਼ਾਨੀ ਰੱਖੀ ਸੀ ਪਰ ਉੱਥੇ ਜਗ੍ਹਾ ਨਹੀਂ ਸੀ ਬਣਾ ਸਕੇ, ਉਹ ਸਾਰੇ ਇਕੱਠੇ ਹੋ ਕੇ ਗਏ। ਜੈ ਸੰਸਕਾਰੇ ਜੋ ਤੈ ਜਾਣੇ। ਜਿਹੜੇ ਸਿੱਖਾਂ ਨੂੰ ਪਤਾ ਸੀ, ਜਿਨ੍ਹਾਂ ਨੇਤਰਾਂ ਨਾਲ ਵੇਖਿਆ ਸੀ ਸੰਸਕਾਰ ਹੁੰਦਿਆਂ, ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਸਥਾਨ ਤੇ ਉੱਥੇ ਸਿੱਖ ਗਏ। ਨਿਰਣੈ ਕਰਿਓ ਲਿਓ ਥਲ ਸੋਊ। ਨਿਰਣੈ ਕਰਕੇ ਉਹ ਜਗ੍ਹਾ ਲੱਭ ਲਈ। ਉਹ ਥਾਂ ਸਿੱਖਾਂ ਨੇ ਆਪ, ਜਿਹੜੇ ਬਜ਼ੁਰਗ ਸਨ ਉਹ ਸਰੀਰ ਕਰਕੇ ਜਿਉਂਦੇ ਸੀ, ਜਿਨ੍ਹਾਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਹੁੰਦਿਆਂ ਵੀ ਵੇਖਿਆ ਸੀ, ਤੇ ਵੇਖਿਆ ਸੀ ਕਿਵੇਂ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਕੇ ਸਤਿਗੁਰਾਂ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਸੀ। ਉਹ ਥਾਂ ਉਹ ਪੁਰਾਤਨ ਸਿੱਖਾਂ ਨੂੰ ਪਤਾ ਸੀ, ਪਰ ਔਰੰਗੇ ਦੇ ਭੈ ਕਰਕੇ ਉੱਥੇ ਕੋਈ ਜਾਂਦਾ ਨਹੀਂ ਸੀ। ਡਰੇ ਹੋਏ ਮਹਾਰਾਜ ਜੀ ਦਾ ਬਚਨ ਸੁਣ ਕੇ ਹੌਸਲਾ ਆਇਆ ਇਹਨਾਂ ਨੂੰ। ਉਹ ਸਥਾਨ, ਉਹ ਜਗ੍ਹਾ ਦੀ ਭਾਲ ਕੀਤੀ। ਬਨਵਾਇਓ ਮੰਦਿਰ ਸਭ ਕੋਊ। ਔਰ ਮਹਾਰਾਜ ਜੀ ਦਾ ਪਾਵਨ ਅਸਥਾਨ 9ਵੇਂ ਪਾਤਸ਼ਾਹ ਜੀ ਦਾ ਦਰਬਾਰ, ਉਹ ਕਲਗੀਧਰ ਜੀ ਨੇ ਇੱਥੇ ਬਣਾ ਕੇ ਸਤਿਗੁਰਾਂ ਦਾ ਨਿਸ਼ਾਨ ਚੁਲਾਇਆ। 9ਵੇਂ ਪਾਤਸ਼ਾਹ ਦਾ ਨਿਸ਼ਾਨ ਪਹਿਲੀ ਵਾਰ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਸੇਵਾ ਹੋਈ, ਅਸਥਾਨ ਬਣਿਆ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਖੁਦ ਬਣਾਇਆ ਤੇ ਨਿਸ਼ਾਨ ਲਵਾਇਆ। ਹਾਂਜੀ, ਸ਼੍ਰੀ ਪ੍ਰਭ ਦਰਬ ਦਇਓ ਬਹੁ ਤੇਰਾ। ਮਹਾਰਾਜ ਜੀ ਨੇ ਬਹੁਤ ਸਾਰੀ ਮਾਇਆ ਆਪਣੇ ਖਜ਼ਾਨੇ ਚੋਂ ਦੇ ਕੇ ਅਸਥਾਨ ਬਣਾਉਣ ਦਾ ਹੁਕਮ ਕੀਤਾ। ਹੁਕਮ ਮਾਨ ਕਰ ਕੀਨ ਬਡੇਰਾ। ਸਤਿਗੁਰਾਂ ਦਾ ਹੁਕਮ ਮੰਨ ਕੇ ਸੰਗਤ ਨੇ ਬੜਾ ਸੁੰਦਰ ਅਸਥਾਨ 9ਵੇਂ ਪਾਤਸ਼ਾਹ ਦਾ ਪਵਿੱਤਰ ਦਰਬਾਰ ਦਿੱਲੀ ਵਿਖੇ ਦਿਨਾਂ 'ਚ ਹੀ ਬਣਾ ਲਿਆ। ਪੂਜਨ ਲਗੇ ਸਕਲ ਨਰ ਨਾਰੀ। ਜਿਤਨੇ ਨਰ ਨਾਰੀਆਂ ਦਿੱਲੀ ਵਾਸੀ ਆ ਕੇ ਮਹਾਰਾਜ ਜੀ ਦੇ ਅਸਥਾਨ ਤੇ, ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਸਥਾਨ ਤੇ ਨਮਸਕਾਰਾਂ ਕਰਦੇ ਹਨ। ਕਰ ਹੈ ਭਾਵਨਾ ਪੂਰਨ ਸਾਰੀ। ਜਿਹੜੀ ਉੱਥੇ ਨੇੜੇ ਤੇੜੇ ਜਿੰਨੀ ਜਗ੍ਹਾ ਨਾ ਗੁਰੂ ਖਾਲਸਾ ਜੀ, ਉਹ ਸਾਰੀ ਜਗ੍ਹਾ ਰਕਾਬਗੰਜ ਸਾਹਿਬ ਦੇ ਆਲੇ ਦੁਆਲੇ ਜਿੰਨੀ ਵੀ ਥਾਂ ਹੁਣ ਹੈ, ਭਾਵੇਂ ਉੱਥੇ ਵੱਡੀਆਂ ਵੱਡੀਆਂ ਸਰਕਾਰੀ ਬਿਲਡਿੰਗਾਂ ਬਣ ਗਈਆਂ ਨੇ, ਉਹ ਸਾਰੀ ਜਗ੍ਹਾ 9ਵੇਂ ਪਾਤਸ਼ਾਹ ਦੇ ਦਰਬਾਰ ਦੀ ਹੈ। ਜਦੋਂ ਸਿੱਖ ਰਿਆਸਤਾਂ ਕਾਇਮ ਹੋਈਆਂ, ਪਟਿਆਲੇ ਦੇ ਰਾਜੇ ਜਾਂ ਹੋਰ ਰਾਜੇ, ਉਹਨਾਂ ਨੇ ਉਹ ਸਾਰਾ ਥਾਂ, ਸਾਰੀ ਜਗ੍ਹਾ 9ਵੇਂ ਪਾਤਸ਼ਾਹ ਦੇ ਸਥਾਨ ਦੇ ਨਾਂ ਲਾ ਦਿੱਤੀ ਸੀ। ਬਾਅਦ ਵਿੱਚ ਉੱਥੇ ਵਿਧਾਨ ਸਭਾਵਾਂ ਵਗੈਰਾ ਹੋਰ ਸਰਕਾਰੀ ਬਿਲਡਿੰਗਾਂ ਜਿਹੜੀਆਂ ਨੇ, ਉਹ ਸਮੇਂ ਨਾਲ ਬਣਦੀਆਂ ਰਹੀਆਂ ਨੇ, ਪਰ ਉਹ ਆਲੇ ਦੁਆਲੇ ਦਾ ਜਿਤਨਾ ਵੀ ਰਕਾਬਗੰਜ ਸਾਹਿਬ ਤੁਸੀਂ ਜਾਓ, ਉਹ ਸਾਰੀ ਜਗ੍ਹਾ ਮਹਾਰਾਜ 9ਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਨਾਂ ਲਾਈ ਗਈ ਸੀ। ਹੁਣ ਵੀ ਪੁਰਾਣੇ ਰਿਕਾਰਡ ਦੇ ਵਿੱਚ ਜੇ ਵੇਖਿਆ ਜਾਏ ਤਾਂ ਉਹ 9ਵੇਂ ਪਾਤਸ਼ਾਹ ਜੀ ਦੇ ਨਾਂ ਤੇ ਉਹ ਸਾਰਾ ਰਿਕਾਰਡ ਜਿਹੜਾ ਹੈ ਉਹ ਬੋਲਦਾ ਹੈ। ਹਾਂਜੀ, ਇਤਿਆਦਿਕ ਕਰ ਕਾਜ ਅਛੇਰੇ। ਇਸ ਪ੍ਰਕਾਰ ਮਹਾਰਾਜ ਜੀ ਨੇ ਸੋਹਣਾ ਦਰਬਾਰ ਬਣਾਇਆ, ਨਿਸ਼ਾਨ ਲੱਗੇ,
ਬਾਅਦ ਵਿੱਚ ਜਿਹੜੇ ਸੱਤ ਝੰਡੇ ਬੂੰਗੇ ਕਹੇ ਜਾਂਦੇ ਆ ਦਿੱਲੀ 'ਚ, ਉਹਨਾਂ ਨਿਸ਼ਾਨਾਂ ਦੀ ਸੇਵਾ ਫਿਰ ਬਾਅਦ ਵਿੱਚ ਜਥੇਦਾਰ ਬਘੇਲ ਸਿੰਘ ਹੋਣਾ ਨੇ ਕੀਤੀ। ਜਦੋਂ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਤੇ ਸਾਰੇ ਜਰਨੈਲ ਸਨ ਪੰਥ ਦੇ, ਤੋਂ ਜਥੇਦਾਰ ਬਘੇਲ ਸਿੰਘ ਜੀ ਨੇ ਇੱਥੇ ਆ ਕੇ ਟਿਕਾਣਾ ਕੀਤਾ ਸੀ। ਜਿਹੜਾ 30 ਹਜ਼ਾਰੀ ਇਲਾਕਾ, 30 ਹਜ਼ਾਰੀ ਨਾਂ ਦੀ ਇੱਕ ਕੋਟ ਵੀ ਆ ਉੱਥੇ, ਤੇ ਉਹ 30 ਹਜ਼ਾਰੀ ਵਾਲੀ ਜਿਹੜੀ ਜਗ੍ਹਾ ਇੱਥੇ ਜਥੇਦਾਰ ਬਘੇਲ ਸਿੰਘ ਜੀ 30,000 ਫੌਜਾਂ ਨਾਲ ਛਾਵਣੀ ਰੱਖੀ ਹੈ। ਉਹ ਜਗ੍ਹਾ ਦਾ ਨਾਂ ਹੀ 30 ਹਜ਼ਾਰੀ ਪੈ ਗਿਆ। ਤੇ ਉਦੋਂ ਜਥੇਦਾਰ ਬਘੇਲ ਸਿੰਘ ਹੋਣਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਾਲਾ ਸਥਾਨ, ਕਿਉਂਕਿ ਇੱਥੇ ਮਸੀਤ ਬਣਾ ਦਿੱਤੀ ਸੀ, ਨਾਲ ਇੱਕ ਕੋਤਵਾਲੀ ਸੀ, ਤੋਂ ਬਘੇਲ ਸਿੰਘ ਹੋਣਾ ਨੇ ਉਹ ਸਾਰੀਆਂ ਥਾਵਾਂ ਜਿਹੜੀਆਂ ਸਨ ਲੱਭ ਕੇ ਉਹਨਾਂ ਦੀ ਭਾਲ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਾਲੀ ਜਗ੍ਹਾ ਦਾ ਇਤਿਹਾਸ, ਕਿ ਜਦੋਂ ਜਥੇਦਾਰ ਬਘੇਲ ਸਿੰਘ ਹੋਣਾ ਨੇ ਇੱਥੇ ਨਿਸ਼ਾਨ ਲਵਾਇਆ ਨਾ ਦਿੱਲੀ ਦੇ ਚਾਂਦਨੀ ਚੌਂਕ 'ਚ, ਤੇ ਬਘੇਲ ਸਿੰਘ ਹੋਣੀ ਜਗ੍ਹਾ ਲੱਭ ਰਹੇ ਸਨ ਵੀ ਉਹ ਥਾਂ ਕਿਹੜੀ ਹੈ ਜਿੱਥੇ ਨੌਵੇਂ ਪਾਤਸ਼ਾਹ ਦਾ ਸੀਸ ਧੜ ਤੋਂ ਵੱਖਰਾ ਕੀਤਾ, ਕਿਉਂਕਿ ਉਹ ਜਗ੍ਹਾ ਸਾਰੀ ਸੰਘਣਾ ਬਾਜ਼ਾਰ ਸੀ ਤੇ ਇੱਕ ਪਾਸੇ ਮਸੀਤ ਵੀ ਬਣ ਗਈ ਸੀ। ਉੱਥੇ ਭਾਲ ਕਰ ਰਹੇ ਤੇ ਇੱਕ ਬਜ਼ੁਰਗ ਮਾਈ ਉਹ ਮਸ਼ਕ ਲੈ ਕੇ ਪਾਣੀ ਲਈ ਆਉਂਦੀ ਸੀ, ਤਕਰੀਬਨ 100 ਸਾਲ ਦੇ ਨੇੜੇ ਉਹਦੀ ਉਮਰ ਸੀ। ਬਘੇਲ ਸਿੰਘ ਹੋਣਾ ਨੇ ਉਸ ਮਾਈ ਨਾਲ, ਉਹਨੇ ਆ ਕੇ ਦੱਸਿਆ, ਬਘੇਲ ਸਿੰਘ ਨੇ ਢੰਡੋਰਾ ਪਿੱਟਿਆ ਸੀ ਵੀ ਕੋਈ ਪੁਰਾਣਾ ਜਿਹਨੂੰ ਨੌਵੇਂ ਪਾਤਸ਼ਾਹ ਦੇ ਜਿੱਥੇ ਸੀਸ ਧੜ ਤੋਂ ਵੱਖਰਾ ਕੀਤਾ ਉਹ ਜਗ੍ਹਾ ਦਾ ਪਤਾ ਹੋਵੇ। ਤਾਂ ਉਹ ਮਾਈ ਆਈ ਸੀ, ਕਹਿਣ ਲੱਗੀ ਵੀ ਮੇਰਾ ਪਿਓ ਮਾਸ਼ਕੀ ਸੀ, ਤੇ ਜਿਸ ਵੇਲੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ, ਉਸ ਵੇਲੇ ਉਹ ਪਾਣੀ ਦੀ ਮਸ਼ਕ ਭਰਨ ਆਇਆ ਸੀ ਇਸੇ ਜਗ੍ਹਾ ਤੇ। ਆ ਜਿੱਥੇ ਆ ਮਸੀਤ ਬਣੀ ਹੈ, ਇਹੀ ਉਹ ਜਗ੍ਹਾ ਸੀ ਜਿੱਥੇ ਉਹ ਸਾਹਮਣੇ ਖੂਹ ਹੈ ਜਿੱਥੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸੀ, ਤੇ ਆ ਉਹ ਥਾਂ ਹੈ ਜਿੱਥੇ ਨੌਵੇਂ ਪਾਤਸ਼ਾਹ ਜੀ ਨੂੰ ਬਿਠਾ ਕੇ ਉਹਨਾਂ ਦੇ ਸੀਸ ਦੇ ਉੱਤੇ ਤੇਗ ਚਲਾ ਕੇ ਸੈਯਦ ਜਲਾਲੂਦੀਨ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਜਥੇਦਾਰ ਬਘੇਲ ਸਿੰਘ ਹੋਣਾ ਨੇ ਵੇਖਿਆ ਵੀ ਉੱਥੇ ਕੋਤਵਾਲੀ ਵੀ ਬਣੀ ਹੈ। ਸਮਰੂ ਬੇਗਮ ਸੀ ਉਦੋਂ, ਹਿੰਦੁਸਤਾਨ ਦੇ ਤਖਤ ਦੀ ਮਾਲਕ ਸੀ ਉਹ। ਬਘੇਲ ਸਿੰਘ ਹੋਣਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਇਹ ਸਾਡੇ ਸਾਹਿਬ ਦਾ ਪਵਿੱਤਰ ਇਤਿਹਾਸਕ ਸਥਾਨ, ਸ਼ਹੀਦੀ ਸਥਾਨ ਹੈ, ਇਹ ਜਗ੍ਹਾ ਸਾਡੀ ਦਿਓ। ਉਹ ਕਹਿਣ ਲੱਗੇ ਵੀ ਇੱਥੇ ਮਸੀਤ ਬਣੀ ਹੈ, ਵੀ ਇਹਦੇ ਬਾਰੇ ਕਹਿੰਦੇ, ਇਹਦੇ ਬਾਰੇ ਵੀ ਜਿਹੜੇ ਕਾਜੀ ਮੌਲਵੀ ਉਹਨਾਂ ਨੇ ਧੱਕਾ ਕੀਤਾ, ਜਾਣ ਬੁੱਝ ਕੇ ਮਹਾਰਾਜ ਜੀ ਦੇ ਸਥਾਨ ਨੂੰ, ਯਾਦਗਾਰ ਨੂੰ ਮਿਟਾਉਣ ਵਾਸਤੇ ਕੰਮ ਕੀਤਾ ਇਹਨਾਂ। ਜਥੇਦਾਰ ਬਘੇਲ ਸਿੰਘ ਉਹਨਾਂ ਨੇ ਆਖਿਆ ਵੀ ਜੇ ਕਾਜੀ ਮੌਲਵੀ ਸਾਰੇ ਉਹ ਸਾਈਨ ਕਰ ਦੇਣ, ਦਸਖਤ ਕਰ ਦੇਣ, ਫਿਰ ਠੀਕ ਹੈ। ਕਹਿੰਦੇ ਨੌਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਨਿਸ਼ਾਨ ਆਉਂਦਿਆਂ ਸੀਸ ਰੁਕਦੇ ਰਹੇ, ਲੈ ਕੇ ਕੀਰਤਪੁਰ ਸਾਹਿਬ, ਫਿਰ ਆਨੰਦਪੁਰ ਸਾਹਿਬ ਵੀ ਸੀਸਗੰਜ, ਉੱਥੇ ਸੀਸਗੰਜ ਸਥਾਨ ਨੇ। ਇਸੇ ਤਰ੍ਹਾਂ ਫਿਰ ਰਕਾਬਗੰਜ ਸਾਹਿਬ ਦੀ ਜਿਹੜੀ ਦੁਬਾਰਾ ਸੇਵਾ ਉਹ ਵੀ ਜਥੇਦਾਰ ਬਘੇਲ ਸਿੰਘ ਹੋਣਾ ਨੇ ਕਰਾਈ। ਮਜਨੂ ਕੇ ਟਿੱਲੇ, ਗੁਰਦੁਆਰਾ ਮੋਤੀ ਬਾਗ ਸਾਹਿਬ, ਮਾਤਾ ਸੁੰਦਰੀ ਜੀ ਦੇ ਪਵਿੱਤਰ ਸਥਾਨ ਤੇ, ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ ਤੇ, ਇਦਾਂ ਇਹਨਾਂ ਸਾਰੇ ਸਥਾਨਾਂ ਤੇ 7 ਨਿਸ਼ਾਨ ਸਾਹਿਬ ਜਿਹੜੇ ਸਨ ਉਹ ਜਥੇਦਾਰ ਬਘੇਲ ਸਿੰਘ ਹੋਣਾ ਨੇ ਚੁਲਾਏ। ਤੋ ਸਾਰੇ ਸਥਾਨ ਜਿਹੜੇ ਅੱਜ ਕੱਲ ਸੰਗਤਾਂ ਦਰਸ਼ਨ ਕਰਦੀਆਂ, ਕਿੱਡੀ ਵੱਡੀ ਘਾਲਣਾ ਘਾਲ ਕੇ ਉਹਨਾਂ ਸਿੰਘਾਂ ਨੇ ਉਹਨਾਂ ਸਾਰੇ ਸਥਾਨਾਂ ਨੂੰ ਪ੍ਰਗਟ ਕੀਤਾ। ਕਿਤਨੇ ਸਾਲ ਬੀਤ ਗਏ ਮਹਾਰਾਜ ਜੀ ਦੀ ਸ਼ਹੀਦੀ ਤੋਂ, ਤਕਰੀਬਨ ਸੈਂਕੜਾ ਸਾਲ ਹੀ, 100 ਸਾਲ, 10 ਦਹਾਕੇ ਤੋਂ ਵੱਧ ਸਮਾਂ ਬੀਤ ਗਿਆ, ਤੇ ਹਿੰਮਤ ਹੀ ਨਹੀਂ ਹੋਈ, ਉਹਨੂੰ ਕੋਈ ਵੇਲਾ ਹੀ ਨਹੀਂ ਸੀ, ਇਹੋ ਜਿਹਾ ਸਬੱਬ ਹੀ ਨਹੀਂ ਸੀ ਬਣ ਸਕਿਆ
तो महाराज जी दी अस्थान यादगार कायम हुई। तो कलगीधर जी ने गुरुद्वारा रकाबगंज साहब की जिहड़ी पहली सेवा है वो आप अपनी देख रेख दे विच करवाई। आप सतगुरु जी ने निशान साहब चलवाए, खजाने चो खुली माया दे के पिता गुरु नौवें पातशाह दे पावन शरीर दा जिथे संस्कार होया वो अस्थान प्रगट कीता। संगतां उत्थे हाजरियां भरदियां, बेअंत संगतां गुरसिख नमस्कारां करदे ने। 10वें पातशाह दे वेले ही संगत दे जोड़ मेल होण लग पए। ਜਿਹੜੀ ਜਿਹੜੀ ਭਾਵਨਾ ਕਾਮਨਾ ਲੈ ਕੇ ਗੁਰਸਿੱਖ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ, ਉਹਨਾਂ ਦੀਆਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ। ਚਲਨ ਚਯੋ ਸ੍ਰੀ ਗੁਰੂ ਅਗੇਰੇ। ਹੁਣ ਸਤਿਗੁਰੂ ਜੀ ਇੱਥੋਂ ਅੱਗੇ ਚੱਲਣਾ ਚਾਹੁੰਦੇ ਕਲਗੀਧਰ ਜੀ। ਸਿੱਖ ਸੰਗਤ ਸਗਰੀ ਚੱਲ ਆਈ। ਇਹਨੇ ਨੂੰ ਦਿੱਲੀ ਦੀਆਂ ਬਹੁਤ ਸਾਰੀਆਂ ਸਿੱਖ ਸੰਗਤਾਂ ਉਹ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਈਆਂ। ਬਿਨਤੀ ਕਰੀ ਪ੍ਰਭੂ ਅਗਵਾਈ। ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ, ਤੁਮ ਸਮ ਜਿਸ ਕੋ ਦਰਸ਼ਨ ਹੈ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਤੁਹਾਡੇ ਦਰਸ਼ਨ ਕਰਕੇ ਹਾਲੇ ਰੱਜੇ ਨਹੀਂ, ਸਾਡਾ ਤਾਂ ਮਨ ਵੀ ਤ੍ਰਿਪਤ ਨਹੀਂ ਹੋਇਆ। ਸਤਿਗੁਰੂ ਜੀ ਤੁਹਾਡੇ ਸਮਾਨ ਜਿਨ੍ਹਾਂ ਦੇ ਦਰਸ਼ਨ ਕਰੀਏ ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਦਿੱਲੀ ਵਿਖੇ ਛੱਡ ਜਾਓ। ਆਪਣੀ ਕੋਈ ਉਹ ਯਾਦ ਕਿ ਜਿਹਦੇ ਵਿੱਚੋਂ ਸਾਨੂੰ ਤੁਹਾਡੇ ਦਰਸ਼ਨ ਹੋਣ, ਤੁਹਾਡੇ ਦਰਸ਼ਨਾਂ ਜਿੰਨਾ ਫਲ ਤੇ ਪੁੰਨ ਪ੍ਰਾਪਤ ਹੋਵੇ। ਤੋ ਕਲਗੀਧਰ ਜੀ ਨੇ ਦਿੱਲੀ ਦੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਿਵੇਂ ਸਤਿਕਾਰਯੋਗ ਮਾਤਾ ਸੁੰਦਰੀ ਜੀ ਹੋਣਾ ਨੂੰ ਹੁਕਮ ਕੀਤਾ ਦਿੱਲੀ ਰਹਿਣ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਕਲਗੀਧਰ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਨਾਨਕਸਰ ਕੁਟੀਆ ਵਿਖੇ ਅੱਜ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਦੀਵਾਨ ਸਜ ਰਹੇ ਨੇ। ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਨੇ। ਬਾਬਾ ਮਨਮੋਹਨ ਸਿੰਘ ਜੀ, ਸੰਤ ਨਛੱਤਰ ਸਿੰਘ ਜੀ, ਹੋਰ ਮਹਾਂਪੁਰਸ਼ ਉੱਥੇ ਅੱਜ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਦਰਸ਼ਨ ਕਰਨੇ। ਦੂਸਰੀ ਬੇਨਤੀ ਹੈ ਕਿ ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ ਵੱਲੋਂ ਗੁਰ ਲਾਧੋਰੇ ਨਗਰ ਕੀਰਤਨ ਦਾ ਨਾਂ ਹੈ ਗੁਰੂ ਲਾਧੋਰੇ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਪਰਸੋਂ 17 ਤਰੀਕ ਨੂੰ ਸਵੇਰੇ ਤਕਰੀਬਨ 9 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਇਹ ਨਗਰ ਕੀਰਤਨ ਗੁਰੂ ਕੇ ਮਹਿਲਾਂ ਵੱਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਣਗੇ। 17 ਤਰੀਕ ਨੂੰ ਰਾਤ ਦਾ ਪੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਹੋਣਗੇ ਔਰ 18 ਤਰੀਕ ਨੂੰ ਇਹਨਾਂ ਨਗਰ ਕੀਰਤਨਾਂ ਦੀ ਸਮਾਪਤੀ ਗੁਰੂ ਕੇ ਮਹਿਲਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨਾਂ ਵਿੱਚ ਜਿਹੜੇ ਮਾਈ ਭਾਈ ਆਪਣੇ ਵਾਹਨ ਲੈ ਕੇ ਹਾਜ਼ਰੀਆਂ ਭਰ ਸਕਦੇ ਆ ਭਰੋ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਪ੍ਰਕਾਸ਼ ਅਸਥਾਨ ਦੀ ਯਾਤਰਾ ਕਰਕੇ ਨੌਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅੱਜ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰੋਜ਼ਾਨਾ ਨੌਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਰਾਤੀ 8 ਤੋਂ 9 ਵਜੇ ਤੱਕ 9 ਦਿਨ 9 ਘੰਟੇ ਤੇ ਨੌਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਸਮਾਗਮ ਰੋਜ਼ਾਨਾ 8 ਤੋਂ 9 1 ਘੰਟਾ ਸਮਾਗਮ ਸਜਿਆ ਕਰੇਗਾ, ਜਿਸ ਵਿੱਚ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਗਤੀ ਰੂਪ ਵਿੱਚ ਔਰ ਨੌਵੇਂ ਮਹੱਲੇ ਦੇ ਜੋ ਪਾਵਨ ਸਲੋਕ ਹਨ ਉਹਨਾਂ ਸਲੋਕਾਂ ਦੀ ਕਥਾ ਹੋਇਆ ਕਰੇਗੀ। ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਉਹ ਇਸ ਸਮਾਗਮਾਂ ਵਿੱਚ ਕਥਾ ਦੀ ਸੇਵਾ ਨਿਭਾਇਆ ਕਰਨਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਹਾਜ਼ਰੀਆਂ ਭਰੋ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ 400ਵਾਂ ਸਾਲਾ ਮਹਾਰਾਜ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ। ਇਹ 21 ਜਿਹੜਾ 2021 ਹੈ ਇਹ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਯਾਦ ਵਿੱਚ ਇਹ ਸਾਰਾ ਸਾਲ ਸਮਾਗਮਾਂ ਦੇ ਨਾਲ ਅਸੀਂ ਬਤੀਤ ਕਰਨਾ ਹੈ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜਨਾ ਹੈ। ਸੁਬਾਹ ਅੰਮ੍ਰਿਤ ਵੇਲੇ ਰੋਜ਼ਾਨਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ 7 ਤੋਂ 8 ਵਜੇ ਦੀ ਜੋ ਕਥਾ ਹੈ ਉਸ ਵਿੱਚ ਵੀ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਸ਼ਬਦ ਨੇ ਸਤਿਗੁਰਾਂ ਦੇ 59 ਉਹਨਾਂ ਦੀ ਕਥਾ ਵੀ ਹੋ ਰਹੀ ਹੈ। ਦਾਸ ਸੇਵਾ ਕਰ ਰਹੇ ਨੇ, ਉਹਦੇ ਵਿੱਚ ਵੀ ਆਪ ਜੀ ਹਾਜ਼ਰੀਆਂ ਭਰਿਆ ਕਰੋ।
ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ हे संतह कै सदा संग तारा आधार हे ठाकुर हूँ दासरो मैं निर्गुण गुण नहीं कोय नानक दीजा नाम दान राखो ही परो आए प्रभ शरणागति कृपा निधु दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर से बंदे गुर पार उतारन हार वाहिगुरु नाम जहाज है चढ़े सो उतरे पार जो शरदा कर से बंदे गुर पार उतारन हार वाहिगुरु जी का खालसा वाहिगुरु जी की फतेह।